ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਪੂਰਨ ਕਰਮ ਹੋਏ ਪ੍ਰਭ ਮੇਰਾ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਤਿਨ ਬੇਦੀਨ ਕੇ ਕੁਲ ਬਿਖੇ ਪ੍ਰਗਟੇ ਨਾਨਕ ਰਾਇ। ਸਭ ਸਿੱਖਨ ਕੋ ਸੁਖ ਦਏ ਜਹ ਤਹ ਭਏ ਸਹਾਇ। ਆਦਿ ਨਿਰੰਜਨ ਹੈ ਗੁਰ ਨਾਨਕ ਧਾਰ ਕੈ ਮੂਰਤ ਹੈ ਜਗ ਆਇਓ। ਲੋਕ ਸੁਨਿਓ ਪਰਲੋਕ ਸੁਨਿਓ ਬਿਦ ਲੋਕ ਸੁਨਿਓ ਸਭ ਦਰਸ਼ਨ ਪਾਇਓ। ਸੰਗਤ ਭਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੈ ਮੂਰਤ ਹੈ ਜਗ ਆਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੈ ਮੂਰਤ ਹੈ ਜਗ ਆਇਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਚਉ ਸੱਜਣ ਮੈਂਡਿਆ ਦੇਈ ਸੋ ਤਾਰ। ਨੈਣ ਮਹਿੰਜੇ ਤਰਸ ਦੇ ਕਦ ਪੱਸੀ ਦੀਦਾਰ। ਆਇਓ ਸਰਣ ਦੀਨ ਦੁਖ ਭੰਜਨ ਚਿਤਵ ਤੁਮਰੀ ਓਰ। ਅਭੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ। ਅਭੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ। ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ। ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤ ਨਾ ਆਵੈ। ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ। ਜਹ ਜਹ ਭਿਖੋ ਤਹ ਹਜੂਰ, ਦੂਰ ਕਤਹੁ ਨਾ ਜਾਈ। ਰਵ ਰਹਿਆ ਸਰਬਤਰ ਮੈਂ, ਮਨ ਸਦਾ ਧਿਆਈ। ਜਹ ਜਹ ਭਿਖੋ ਤਹ ਹਜੂਰ, ਦੂਰ ਕਤਹੁ ਨਾ ਜਾਈ। ਰਵ ਰਹਿਆ ਸਰਬਤਰ ਮੈਂ, ਮਨ ਸਦਾ ਧਿਆਈ। ਈਤ ਊਤ ਨਹੀਂ ਵਿਛੋੜੈ, ਸੋ ਸੰਗੀ ਗਨੀਐ। ਮਿਨਸ ਜਾਈ ਜੋ ਨਿਮਖ ਮਹਿ, ਸੋ ਆਲਪ ਸੁਖ ਭਨੀਐ। ਰਹਾਉ ਪ੍ਰਤਪਾਲੈ ਅਪਿਆਉ ਦੇ, ਕਛ ਊਨ ਨਾ ਹੋਈ। ਸਾਸ ਸਾਸ ਸੰਭਾਲਤਾ, ਮੇਰਾ ਪ੍ਰਭ ਸੋਈ। ਅਸ਼ਾਲ ਅਸ਼ੇਦ ਅਪਾਰ ਪ੍ਰਭ, ਊਚਾ ਜਾ ਕਾ ਰੂਪ। ਜਾਪ ਜਪ ਕਰਹਿ ਆਨੰਦ ਜਨ, ਅਚਰਜ ਆਨੂਪ। ਸਾ ਮਤ ਦੇਹੁ ਦਇਆਲ ਪ੍ਰਭ, ਯਦ ਤੁਮਹਿ ਅਰਾਧਾ। ਨਾਨਕ ਮੰਗੈ ਦਾਨ ਪ੍ਰਭ, ਰੇਨ ਪਗ ਸਾਧਾ। ਸਾ ਮਤ ਦੇਹੁ ਦਇਆਲ ਪ੍ਰਭ, ਜਿਤ ਤੁਮਹਿ ਅਰਾਧਾ। ਨਾਨਕ ਮੰਗੈ ਦਾਨ ਪ੍ਰਭ, ਰੇਨ ਪਗ ਸਾਧਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗਰੀਬ ਨਵਾਜ ਦਸਾਂ ਹੀ ਪਾਤਸ਼ਾਹੀਆਂ ਜੀ ਦੀ ਗਿਆਤਮਕ ਜੋਤ, ਪਵਿੱਤਰ ਸਰੂਪ, ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ। ਕਲ ਜੋ ਕੇ ਬੋਹਿਥ, ਨਾਮ ਬਾਣੀ ਕੇ ਜਹਾਜ। ਤਖਤ ਚੌਰ ਛਤਰ ਕੇ ਮਾਲਕ, ਧੰਨ 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 ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਆਤਮਿਕ ਆਨੰਦ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਮਹਾਨ ਮਹਾਨ ਕਿਰਪਾਲਤਾ ਰਹਿਮਤ ਸਦਕਾ ਅੱਜ ਅੰਮ੍ਰਿਤ ਵੇਲੇ ਹੀ ਆਪ ਸਰਬੱਤ ਮਾਈ ਭਾਈ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਕੇ ਨਿਤਨੇਮ ਬਾਣੀ ਸਿਮਰਨ ਨਾਲ ਜੁੜ ਕੇ ਅਥਵਾ ਆਸਾ ਜੀ ਦੀ ਵਾਰ, ਜੋ ਕਿ ਸਭ ਦੀਆਂ ਆਸਾਂ ਪੂਰਨ ਕਰਨ ਵਾਲੀ ਬਾਣੀ ਹੈ, ਉਹਦੇ ਕੀਰਤਨ ਸਰਵਣ ਕਰਕੇ ਆਪਣੇ ਜਨਮ ਨੂੰ ਸਫਲਾ ਕਰ ਰਹੇ ਹੋ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਮਹਾਨ ਬਖਸ਼ਿਸ਼ਾਂ ਦੇ ਪਾਤਰ, ਬਹੁਤ ਹੀ ਸਤਿਕਾਰਯੋਗ ਸੰਪਰਦਾਇ ਰਾਗੀ ਗਿਆਨੀ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ, ਜਿਨ੍ਹਾਂ ਨੇ ਬਹੁਤ ਹੀ ਪਰਮਪ੍ਰੀਤ ਦੁਆਰਾ ਗੁਰੂ ਕੀ ਅੰਮ੍ਰਿਤ ਬਾਣੀ ਨੂੰ ਸਮੇਂ ਸਮੇਂ ਦੇ ਰਾਗਾਂ ਵਿੱਚ ਗਾ ਕੇ ਸਾਧ ਸੰਗਤ ਜੀ ਆਪਾਂ ਸੰਗਤਾਂ ਨੂੰ ਸਰਬੱਤ ਮਾਈ ਭਾਈ ਨੂੰ ਗੁਰੂ ਪਰਮੇਸ਼ਰ ਜੀ ਨਾਲ ਜੋੜਿਆ ਹੈ। ਸੋ ਗੁਰਮੁਖ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪ ਸੰਗਤਾਂ ਦਾ ਵੀ ਧੰਨਵਾਦ, ਜਿਨ੍ਹਾਂ ਨੇ ਹਾਜ਼ਰੀ ਭਰੀ। ਸਤਿਗੁਰੂ ਪਾਤਸ਼ਾਹ ਨੇ ਰਹਿਮਤ ਕਰਕੇ ਆਪ ਦੀ ਗੋਦ ਦਾ ਆਨੰਦ ਬਖਸ਼ਿਆ ਹੈ। ਸੋ ਸਾਧ ਸੰਗਤ ਜੀ, ਆਪ ਸੰਗਤਾਂ ਨੂੰ ਭਲੀ ਪ੍ਰਕਾਰ ਹੀ ਪਤਾ ਹੈ ਕਿ ਆਪਾਂ ਸਾਰੇ ਹੀ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਐਸੇ ਦੀਨ ਦਿਆਲ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਉਤਸਵ ਮਨਾਉਣ ਜਾ ਰਹੇ ਹਾਂ। ਇਸੇ ਸਾਲ ਕੱਤਕ ਸੁਦੀ ਪੂਰਨਮਾਸੀ ਨੂੰ, ਕੱਤਕ ਦੀ ਪੂਰਨਮਾਸੀ ਨੂੰ ਗੁਰੂ ਪਾਤਸ਼ਾਹ ਦਾ 550 ਸਾਲਾ ਸਰਬੱਤ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਮਾਈ ਭਾਈ ਪ੍ਰੇਮੀ ਜਨਾਂ ਨੇ ਸਾਧ ਸੰਗਤ ਜੀ ਮਨਾ ਰਹੇ ਹਾਂ। ਜਗ੍ਹਾ ਜਗ੍ਹਾ ਪੰਜਾਬ ਦੀ ਧਰਤੀ ਤਾਂ ਹੈ ਹੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਜਿੱਥੇ ਜਿੱਥੇ ਵੀ ਧਰਤੀ 'ਤੇ ਗੁਰੂ ਪਿਆਰੇ ਸਿੱਖ ਨਿਵਾਸ ਰੱਖਦੇ ਹਨ, ਸਾਰੇ ਹੀ ਤਨ ਮਨ ਧਨ ਕਰਕੇ ਇਸ ਪਾਸੇ ਲੱਗੇ ਹਨ ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ 550 ਸਾਲਾ ਭਾਵ ਅਰਧ ਸ਼ਤਾਬਦੀ ਪਾਵਨ ਪਵਿੱਤਰ ਦਿਹਾੜਾ ਆਪਾਂ ਸਾਰਿਆਂ ਮਨਾਉਣਾ ਹੈ। ਜੇ ਸਮਾਗਮ ਇੱਥੇ ਚੱਲ ਰਹੇ ਨੇ, ਇਹ ਵੀ ਸਾਧ ਸੰਗਤ ਜੀ ਉਸੇ ਹੀ ਪਾਵਨ ਪਵਿੱਤਰ ਦਿਹਾੜੇ ਨੂੰ ਸਮਰਪਿਤ ਹਨ। ਕੱਲ੍ਹ ਦੇ ਸ਼ਾਮ ਦੇ ਦੀਵਾਨਾਂ ਵਿੱਚ ਗਿਆਨੀ ਜੀ ਨੇ ਕੈਸੇ ਪ੍ਰਮਾਣਾਂ ਦੁਆਰਾ ਉਸ ਗੁਰੂ ਪਰਮੇਸ਼ਰ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਸਾਧ ਸੰਗਤ ਜੀ ਪ੍ਰਮਾਣਾਂ ਨਾਲ ਦੁਆਰਾ ਐਸੇ ਸਿੱਧ ਕਰਕੇ ਦਿਖਾ ਦਿੱਤਾ ਹੈ। ਗੁਰੂ ਨਾਨਕ ਦੇਵ ਅਕਾਲ ਪੁਰਖ ਪਰਮੇਸ਼ਰ ਜੀ, ਗੁਰੂ ਕੇ ਸਿੱਖ, ਗੁਰੂ ਕਾ ਸ਼ਬਦ ਇੱਕੋ ਹੀ ਸਰੂਪ ਹਨ। ਇਹ ਐਸੇ ਕੱਲ੍ਹ ਦੇ ਦੀਵਾਨ ਮੈਨੂੰ ਸਾਰੀ ਰਾਤ ਐਸੇ ਪ੍ਰਮਾਣ ਮਨ 'ਚ ਚੱਲਦੇ ਰਹੇ, ਇਤਨਾ ਆਨੰਦ ਆ ਰਿਹਾ ਸਾਧ ਸੰਗਤ ਜੀ, ਗਿਆਨੀ ਜੀ ਨੇ ਜੈਸਾ ਜੋੜਿਆ ਸੀ। ਤੋ ਐਸਾ ਹੀ ਐਸੇ ਸੱਜਣ ਗੁਰਮੁਖ ਪਿਆਰੇ, ਜਿਵੇਂ ਅੱਜ ਆਸਾ ਦੀ ਵਾਰ ਦੇ ਕੀਰਤਨ ਭਾਵੇਂ ਹਾਜ਼ਰੀਆਂ ਨਹੀਂ ਭਰ ਸਕਿਆ, ਪਰ ਕੱਲ੍ਹ ਵਾਲਾ ਇਹ ਆਨੰਦ ਭਾਸ ਰਿਹਾ ਸੀ। ਗੁਰੂ ਨਾਨਕ ਸਾਹਿਬ ਅਕਾਲ ਪੁਰਖ ਪਰਮੇਸ਼ਰ, ਦਸੇ ਪਾਤਸ਼ਾਹੀਆਂ, ਧੰਨ ਗੁਰੂ ਗ੍ਰੰਥ ਸਾਹਿਬ, ਗੁਰੂ ਕੀ ਸੰਗਤ, ਗੁਰੂ ਕੇ ਸਿੱਖ, ਗੁਰੂ ਕੇ ਸ਼ਸਤਰਾਂ ਤੱਕ ਵੀ ਸਾਧ ਸੰਗਤ ਜੀ ਇੱਕ ਪਰਮੇਸ਼ਰ ਦੇ ਨਾਲ ਮਿਲਾਪ, ਇੱਕ ਜੋਤ ਦਰਸਾਉਣਾ ਕੀਤਾ ਸੀ। ਸੋ ਐਸੀ ਦੀਰਘ ਵਿਚਾਰ ਵਾਲੇ ਗੁਰਮੁਖ ਪਿਆਰੇ ਸਾਨੂੰ ਹਮੇਸ਼ਾ ਹੀ ਮਿਲਦੇ ਰਹਿਣ, ਤੇ ਕਿਤਨਾ ਵਿਸਥਾਰ, ਕਿਤਨਾ ਆਨੰਦ ਬੰਨਣਗੇ। ਤੋ ਸਾਧ ਸੰਗਤ ਜੀ, ਸੋ ਅੱਜ ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸੁਭਾ ਕਿਰਪਾਲਤਾ ਕੀਤੀ ਆ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਆਪਣੇ ਤਖਤ 'ਤੇ ਸੱਜ ਕੇ ਪ੍ਰਕਾਸ਼ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ ਕੀਤੇ ਨੇ। ਉਪਰੰਤ ਪਵਿੱਤਰ ਪਾਵਨ ਸ੍ਰੀ ਮੁਖਵਾਕ ਸਾਨੂੰ ਬਖਸ਼ਿਸ਼ ਕੀਤੇ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀ ਨੇ, ਜੋ ਆਪਾਂ ਹੁਣੇ ਧੰਨ ਗੁਰੂ ਗਰੀਬ ਨਿਵਾਜ ਦਾ ਪਾਵਨ ਪਵਿੱਤਰ ਹੁਕਮਨਾਮਾ ਸੁਭਾ ਅੰਮ੍ਰਿਤ ਵੇਲੇ ਸਾਨੂੰ ਬਖਸ਼ਿਸ਼ ਹੋਇਆ, ਉਹਦੇ ਪਾਠ ਵੀ ਆਪਾਂ ਹੁਣੇ ਸਾਰਿਆਂ ਨੇ ਸਰਵਣ ਕੀਤੇ ਨੇ। ਸਾਧ ਸੰਗਤ ਜੀ, ਧੰਨ ਗਰੀਬ ਨਿਵਾਜ ਸ਼ਾਂਤਮਈ ਦੇ ਸੋਮੇ, ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਧਨਾਸਰੀ ਰਾਗ ਅੰਦਰ
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 677 ਅੰਗ ਤੇ ਪਾਵਨ ਪਵਿੱਤਰ ਹੁਕਮਨਾਮਾ ਸਾਨੂੰ ਮਹਾਨ ਬਖਸ਼ਿਸ਼ ਕੀਤੀ ਆ। ਉਹਦੀ ਵਿਚਾਰ ਕੁਝ ਕੁ ਸਮੇਂ ਲਈ ਆਪਾਂ ਨੂੰ ਜੋ ਸਮਾਂ ਸੰਗਤਾਂ ਵੱਲੋਂ, ਗੁਰਮੁਖਾਂ ਵੱਲੋਂ, ਪ੍ਰਬੰਧਕਾਂ ਵੱਲੋਂ ਨਸੀਬ ਹੋਇਆ, ਕੁਝ ਸਮਾਂ ਆਪਾਂ ਸਾਰਿਆਂ ਨੂੰ ਜੁੜਨਾ ਹੈ। ਸੋ ਸਾਧ ਸੰਗਤ ਜੀ, ਪਹਿਲਾਂ ਮੈਂ ਬੇਨਤੀ ਇਹ ਕਰਾਂ, ਧੰਨਵਾਦ ਕਰਾਂ ਗੁਰਮੁਖਾਂ ਦਾ। ਧੰਨ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਦਰਬਾਰ ਸਜਿਆ ਹੋਇਆ ਹੈ। ਕਿਤਨਾ ਆਨੰਦ ਆ ਰਿਹਾ ਹੈ, ਕਿਤਨਾ ਸੁੱਖ ਆ ਰਿਹਾ ਹੈ। ਮਨ ਨੂੰ ਸਾਧ ਸੰਗਤ ਦਰਸ਼ਨਦਾਰੇ ਕਰਕੇ ਨਾ, ਜੈਸਾ ਪਰਮੇਸ਼ਰ ਹੈ ਤੇ ਉਤਨਾ ਹੀ ਜੋਰ ਲਾਇਆ, ਭਾਵੇਂ ਇਹ ਤਾਂ ਵੱਡੇ ਹੀ ਤੋਂ ਵੱਡਾ ਹੈ, ਪਰ ਸੰਗਤਾਂ ਨੇ ਜੋਰ ਲਾਇਆ, ਦਰਬਾਰ ਸਜਾਇਆ ਹੋਇਆ ਹੈ। ਕੈਸਾ ਆਨੰਦ ਬੱਝਾ ਹੈ। ਇਹ ਧੰਨ ਗੁਰੂ ਗ੍ਰੰਥ ਸਾਹਿਬ ਦੀ ਮਹਾਨ ਪਿਆਰ ਦੀ ਸਾਧ ਸੰਗਤ ਜੀ ਵਿੱਚੋਂ ਨਿਸ਼ਾਨੀ, ਪ੍ਰੇਮ ਦੀ ਸਿੱਕ ਜਿਹੜੀ ਉਹ ਸਾਨੂੰ ਆਪੇ ਹੀ ਦੱਸ ਰਹੀ ਹੈ। ਜਿਹੋ ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁਖ ਹੋਏ। ਉਸੇ ਸੁਖ ਨਾਲ ਗੁਰੂ ਪਰਮੇਸ਼ਰ ਜੀ ਆਪ ਖੁਦ ਸਾਡੇ 'ਚ ਪ੍ਰਕਾਸ਼ਮਾਨ ਹਨ। ਗੁਰਬਾਣੀ ਦੁਆਰਾ ਪਾਵਨ ਪਵਿੱਤਰ ਉਪਦੇਸ਼ ਦੇ ਕੇ ਸੱਚੇ ਪਾਤਸ਼ਾਹ ਮਹਾਰਾਜ ਸਭ ਨੂੰ ਆਨੰਦਿਤ ਕਰ ਰਹੇ ਹਨ। ਸੋ ਐਸੇ ਸਤਿਗੁਰਾਂ ਦੀ ਸੇਵਾ, ਇਹ ਸਤਿਗੁਰਾਂ 'ਤੇ ਸ਼ਰਧਾ ਭਾਵਨਾ, ਫਿਰ ਬਾਣੀ ਜੋ ਸਰਵਣ ਕਰਨੀ ਆ, ਫਿਰ ਹੋਰ ਆਨੰਦ ਵੱਜਦਾ ਰਹਿੰਦਾ। ਪਹਿਲਾਂ ਇੱਕ ਨੰਬਰ ਤਾਂ ਸੇਵਾ ਤੋਂ ਹੀ ਹੁੰਦਾ ਸਾਧ ਸੰਗਤ ਜੀ, ਸੇਵਾ ਤੋਂ ਆਰੰਭਤਾ ਹੁੰਦੀ ਆ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਦਰਬਾਰ ਸਜੇ ਹੋਏ ਨੇ ਕੈਸੇ, ਅਤੇ ਸ਼ਸਤਰਾਂ ਦੀ ਕੈਸੀ ਸ਼ੋਭਾ ਹੈ। ਇਹ ਸਤਿਗੁਰੂ ਸਾਹਿਬ ਦੀਆਂ ਸੁਭਾਏਮਾਨ ਸੁਭਾਵਾਂ, ਇਹ ਭਗਤੀ ਭਾਵ ਪ੍ਰਗਟ ਹੁੰਦਾ ਇਹਨਾਂ ਵਿੱਚ, ਪ੍ਰੇਮ ਭਾਵਨਾ ਪ੍ਰਗਟ ਹੁੰਦੀ ਹੈ। ਐਸਾ ਹੋਣਾ ਵੀ ਅਤੀ ਜ਼ਰੂਰੀ ਹੈ। ਕਈ ਵਾਰੀ ਹੁੰਦਾ ਵੀ ਦਰਬਾਰ ਸਜਾਏ ਜਾਂਦੇ ਨੇ, ਬਈ ਉੱਤੋਂ ਜਿਹਾ ਹੀ ਹੁੰਦਾ, ਅਤੇ ਆ ਦੇਖ ਕੇ ਨਾ ਐਸਾ ਆਨੰਦ ਵੱਜ ਰਿਹਾ ਵੀ ਗੁਰੂ ਪਾਤਸ਼ਾਹ ਜਣਾ ਵੀ ਕਿ ਜਰੇ ਵਿੱਚ ਜਿਵੇਂ ਆ ਹੁਕਮਨਾਮਾ ਆ ਰਿਹਾ ਨਾ, ਜਹ ਜਾਂ ਜਿੱਦੇ ਵੇਖੋ ਤਹ ਹਜ਼ੂਰ ਦੂਰ ਕਤੋਂ ਨਾ ਜਾਈ। ਇਹਦੀ ਵਿਚਾਰ ਆਪਾਂ ਕਰਾਂਗੇ। ਅਤੇ ਕੈਸੀ ਵਿਚਾਰ ਹੈ, ਜੇ ਅੱਜ ਦੇ ਪਾਵਨ ਮੁਖਵਾਕ ਨੇ ਸਾਧ ਸੰਗਤ ਜੀ, ਉਹਦੇ ਨਾਲ ਦਰਬਾਰ ਦੀ ਵੀ ਸ਼ੋਭਾ ਜਿਹੜੀ ਨਾ ਉਹਦੇ ਨਾਲ ਮਿਕਸ ਜੀ ਹੋ ਰਹੀ ਹੈ। ਬੜਾ ਸਕੂਨ ਜਿਹਾ ਆਉਂਦਾ ਜੇ ਐਸਾ ਧਿਆਨ ਮਾਰੀਏ ਤਾਂ ਵੈਸੇ ਸਾਨੂੰ ਇਹ ਇੱਕ ਪਾਵਨ ਸੇਧ ਵੀ ਮਿਲਦੀ ਹੈ। ਜਿਤਨੇ ਗੁਰੂ ਪਾਤਸ਼ਾਹ ਮਹਾਰਾਜ ਜੀ ਮਹਾਨ ਹਨ, ਉਤਨਾ ਉਹਨਾਂ ਦਾ ਦਰਬਾਰ ਮਹਾਨ ਹੈ, ਉਤਨੇ ਗੁਰਸਿੱਖ ਮਹਾਨ ਨੇ, ਉਤਨੇ ਸ਼ਸਤਰਾਂ ਦੀ ਜਿਹੜੀ ਸੁਭਾਏਮਾਨ ਸ਼ੋਭਾ ਸਾਧ ਸੰਗਤ ਜੀ। ਜਿਤਨੇ ਸਾਡੇ ਸ਼ਸਤਰ ਨੇ ਨਾ, ਭਾਵੇਂ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਡੇ ਸਾਰੇ ਪੀਰ ਨੇ। ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਇਹ ਪਾਵਨ ਹੁਕਮਾ, ਅਸ ਕਿਰਪਾਨ ਖੰਡੋ ਖੜਗ ਤੁਪ ਕਤਬਰ ਅਰ ਤੀਰ, ਸਾਹਿਬ ਸਰੋਹੀ ਸਹਿਤੀ ਇਹ ਹਮਾਰਾ ਪੀਰ। ਇੱਥੋਂ ਤੱਕ ਕਿਹਾ ਕਿ ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮੰ, ਨਮਸਕਾਰ ਮੋਰ ਤੋਰਿਯੰ ਤੀਰੰ ਤੁਫੰਗੰ। ਤੋ ਸਾਧ ਸੰਗਤ ਜੀ, ਸ਼ਸਤਰਾਂ ਦਾ ਹੋਣਾ ਅਤੀ ਜ਼ਰੂਰੀ ਹੈ। ਤੋ ਕਈ ਇੱਧਰ ਤਾਂ ਸਾਰੇ ਹੀ ਦੇਖਿਆ ਜਾਂਦਾ ਵੀ ਬਾਹਰ ਜਿਤਨੇ ਵੀ ਸਿੱਖ ਪਿਆਰੇ ਘਰਾਂ 'ਚ ਵੀ ਵੈਮ ਪ੍ਰਕਾਸ਼ ਨੇ ਨਾ ਮਹਾਰਾਜ, ਅਤੇ ਸ਼ਸਤਰ ਬੜੇ ਪਿਆਰ ਨਾਲ ਗੁਰੂ ਪਾਤਸ਼ਾਹ ਦੀ ਪਾਵਨ ਤਾਬਿਆ ਹਜ਼ੂਰੀ ਵਿੱਚ ਸਜਾਏ ਹਨ। ਤੋ ਇਹ ਸਾਧ ਸੰਗਤ ਜੀ, ਸ਼ਸਤਰ ਅਤੇ ਸ਼ਾਸਤਰ ਖਾਲਸੇ ਦਾ ਦੋਵਾਂ ਨਾਲ ਪਿਆਰ ਹੈ। ਇੱਥੋਂ ਹੀ ਖਾਲਸੇ ਦੇ ਸਾਧ ਸੰਗਤ ਜੀ ਅਸਲੀ ਚਿੰਨ੍ਹ ਪ੍ਰਾਰੰਭਤ ਹੁੰਦੇ ਨੇ। ਹੋਰ ਬੜੀ ਜਿਹੜੀ ਬਰੀਕ ਮਰਿਆਦਾ ਹੈ, ਉਹ ਫਿਰ ਨਾਲ ਹੋਰ ਜ਼ਿਆਦਾ ਸਾਨੂੰ ਵਧੇਰੇ ਜਾਣਕਾਰੀ ਮਿਲਦੀ ਰਹਿੰਦੀ ਆ। ਤੋ ਬਹੁਤ ਪ੍ਰਬੰਧਕਾਂ ਦਾ, ਗੁਰਮੁਖਾਂ ਦਾ ਧੰਨਵਾਦ ਜਿਨ੍ਹਾਂ ਨੇ ਸੇਵਾ ਕੀਤੀ। ਸੱਚੇ ਪਾਤਸ਼ਾਹ ਇਸੇ ਪ੍ਰਕਾਰ ਉਹਨਾਂ ਨੂੰ ਸੇਵਾ ਬਖਸ਼ਦੇ ਰਹਿਣ। ਤੋ ਆਓ ਸਾਰੇ ਹੀ ਆਪਾਂ ਕੁਝ ਸਮੇਂ ਲਈ ਜੋ ਪਾਵਨ ਪਵਿੱਤਰ ਸੱਚੇ ਪਾਤਸ਼ਾਹ ਜੀ ਦਾ ਅੱਜ ਹੁਕਮਨਾਮਾ ਸਾਨੂੰ ਨਸੀਬ ਹੋਇਆ, ਉਹਦੀ ਵਿਚਾਰ ਕਰੀਏ। ਜਿਤਨੇ ਵੀ ਪ੍ਰਾਣੀ ਸਤਿਗੁਰਾਂ ਦੇ ਹਜ਼ੂਰ ਗੋਦ ਵਿੱਚ ਸੁਭਾਏਮਾਨ ਹੋ, ਸਾਰੇ ਆਓ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਦਾ ਪਾਵਨ ਪਵਿੱਤਰ ਸਾਧ ਸੰਗਤ ਜੀ 550 ਸਾਲਾ ਪ੍ਰਕਾਸ਼ ਉਤਸਵ ਆਪਾਂ ਮਨਾ ਰਹੇ ਹਾਂ, ਉਹਨਾਂ ਦੇ ਪਾਵਨ ਸਰੂਪਾਂ ਦਾ ਧਿਆਨ ਧਰਦੇ ਹੋਏ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾਉਂਦੇ ਹੋਏ ਹਾਜ਼ਰੀਆਂ ਲਵਾਈਏ, ਪਾਵਨ ਵਿਚਾਰਾਂ ਨਾਲ ਜੁੜੀਏ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ
ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਜਹ ਜਹ ਪੇਖੋ ਤਹ ਹਜੂਰ, ਦੂਰ ਕਤਹੁ ਨਾ ਜਾਈ। ਧੰਨ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਗੁਰੂ ਨਾਨਕ ਸਾਹਿਬ ਦੇ ਪੰਜਵੀਂ ਜੋਤ, ਪੰਜਵਾਂ ਸਰੂਪ ਸੱਚੇ ਪਾਤਸ਼ਾਹ ਮਹਾਰਾਜ ਜੀ। ਸਾਧ ਸੰਗਤ ਜੀ, ਧਨਾਸਰੀ ਰਾਗ ਅੰਦਰ ਸਾਨੂੰ ਇਹ ਬਖਸ਼ਿਸ਼ ਕਰਦੇ ਨੇ। ਪਰਮੇਸ਼ਰ ਦੀ ਸੱਚੇ ਪਾਤਸ਼ਾਹ ਮਹਾਰਾਜ ਨੇ ਸਰਬ ਵਿਆਪਕਤਾ ਦੱਸੀ ਹੈ। ਸਰਬ ਵਿਆਪਕਤਾ ਪਰਮੇਸ਼ਰ ਦੀ ਦੱਸੀ ਹੈ ਵੀ ਕਿੱਥੇ ਕਿੱਥੇ ਹੈ। ਤੇ ਸਾਧ ਸੰਗਤ ਜੀ, ਦ੍ਰਿਸ਼ਟੀ ਦੇ ਹਿਸਾਬ ਨਾਲ ਵਿਆਪਕਤਾ ਨੂੰ ਪਛਾਣਿਆ ਜਾ ਸਕਦਾ ਹੈ। ਆਮ ਇੱਕ ਪੰਜਾਬੀ ਦੀ ਅਖਾਣ ਆ, ਸਾਡੀ ਵੀ ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ ਹੋ ਜਾਂਦੀ। ਜੈਸੀ ਕਿਸੇ ਵਿਅਕਤੀ ਦੀ ਦ੍ਰਿਸ਼ਟੀ ਹੋਵੇ ਉਸੀ ਸ੍ਰਿਸ਼ਟੀ ਲੱਗਦੀ ਉਹਨੂੰ। ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਦ੍ਰਿਸ਼ਟੀ ਕੈਸੀ ਹੈ? ਇਹ ਦਸੇ ਪਾਤਸ਼ਾਹੀਆਂ ਦੀ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੈਸੀ ਦ੍ਰਿਸ਼ਟੀ ਕਾ ਕੀ ਫਰਮਾਨ ਕਰਦੇ ਵੀ ਪਰਮੇਸ਼ਰ ਹੈ ਕਿੱਥੇ ਕਿੱਥੇ, ਕਿੱਥੇ ਕਿੱਥੇ ਰਹਿੰਦਾ ਹੈ। ਵੈਸੇ ਤਾਂ ਮਹਾਰਾਜ ਦਾ ਪਾਵਨ ਇਹ ਹੁਕਮ ਹੈ, ਮੁੱਖ ਵਾਕ ਹੈ ਵੀ ਕੁਦਰਤ ਦੇ ਜਰੇ ਜਰੇ ਵਿੱਚ ਪਰਮੇਸ਼ਰ ਵਸਿਆ ਹੋਇਆ ਹੈ। ਅਸੀਂ ਸਾਧ ਸੰਗਤ ਜੀ ਨਿਤ ਪਾਠ ਕਰਦੇ ਹਾਂ। ਉਹ ਮੁੱਖ ਵਾਕ ਪਾਤਸ਼ਾਹ ਦੇ ਵਿੱਚ ਹੈ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਹੇ ਪਰਮੇਸ਼ਰ, ਤੂੰ ਕੁਦਰਤ ਵਿੱਚ ਵਸਿਆ ਹੋਇਆ ਹੈ, ਪਰ ਤੇਰਾ ਜਿਹੜਾ ਅੰਤ ਨਹੀਂ ਜਾਣਿਆ ਜਾ ਸਕਦਾ। ਕੁਦਰਤ ਦੇ ਵਿੱਚ ਕਿਵੇਂ ਵਸਿਆ? ਸਾਧ ਸੰਗਤ ਜੀ, ਇੱਕ ਪ੍ਰਮਾਣ ਲੈ ਲਈਏ ਆਪਾਂ ਵੀ ਇੱਕ ਫੁੱਲ ਲੈ ਲਓ, ਗੁਲਾਬ ਦਾ, ਗੇਂਦੇ ਦਾ, ਕੋਈ ਫੁੱਲ ਲੈ ਲਈਏ। ਉਹ ਫੁੱਲ ਨੂੰ ਤੱਕਣਾ ਕਰੀਏ, ਫੁੱਲ ਵੱਲ ਤੱਕੀ ਜਾਓ, ਦੇਖੋ ਜਰਾ ਕੁ ਧਿਆਨ ਨਾਲ, ਦੇਖੀਏ ਕੈਸੀਆਂ ਪੰਖੜੀਆਂ ਸਵਾਰੀਆਂ ਨੇ ਉਹਦੀਆਂ। ਦੱਸੋ ਵੀ ਕਿਹੜਾ ਆਪਾਂ ਧਿਆਨ ਲਾਈਏ ਵੀ ਕਿਹੜਾ ਪੇਂਟਰ ਹੈਗਾ ਜਿਹਨੇ ਇੰਨੀ ਸੋਹਣੀਆਂ ਵਧੀਆ ਪੇਂਟ ਕੀਤੀ ਹੋਵੇ, ਸੋਹਣਾ ਸੋਹਣਾ ਰੰਗ ਬਣਾਇਆ ਹੋਵੇ। ਉਹ ਕੌਣ ਕਰ ਗਿਆ? ਉਹਨੂੰ ਰੰਗ ਕੌਣ ਲਾ ਗਿਆ? ਉਹਦੀ ਪੰਖੜੀ ਨੂੰ ਕਿਹੜਾ ਸਵਾਰ ਗਿਆ ਫੁੱਲ ਦੀ? ਫਿਰ ਸਾਰਾ ਫੁੱਲ ਕੈਸੇ ਗੁੰਦਿਆ ਪਿਆ, ਕਿਹੜਾ ਗੁੰਦ ਆ ਗਿਆ? ਫਿਰ ਉਸ ਤੋਂ ਅਸੀਂ ਅੱਗੇ ਹੋਰ ਚੱਲੀਏ ਵੀ ਫੁੱਲ ਵਿੱਚ ਸੁਗੰਧੀ ਭਰੀ ਪਈ ਹੈ, ਬਲਿਹਾਰੀ ਕੁਦਰਤ ਵਸਿਆ। ਉਸ ਫੁੱਲ ਵਿੱਚ ਸੁਗੰਧੀ ਇਤਨੀ ਹੈ, ਜਿਤਨੇ ਵੀ ਸੈਂਕੜੇ, ਹਜ਼ਾਰਾਂ, ਇਸ ਤੋਂ ਵੀ ਵਧੇਰੇ ਪੁਰਸ਼ ਸੁਗੰਧੀ ਲਈਏ ਜੀ, ਉਸ ਫੁੱਲ ਵਿੱਚ ਸੁਗੰਧੀ ਘਟਦੀ ਕੋਈ ਨਹੀਂ। ਬਲਿਹਾਰੀ ਕੁਦਰਤ ਵਸਿਆ, ਜਹ ਜਹ ਪੇਖੋ ਤਹ ਹਜੂਰ। ਉਹਦੇ ਸਾਨੂੰ ਦਰਸ਼ਨ ਹੋ ਰਹੇ ਨੇ, ਪਰ ਉਹਦਾ ਅੰਤ ਨਹੀਂ ਜਾਣਿਆ ਜਾ ਸਕਦਾ। ਸਾਧ ਸੰਗਤ ਜੀ, ਕਹੂੰ ਫੂਲ ਹੋਇਆ ਕਿ ਭਲੀ ਭਾਂਤ ਫੂਲੇ। ਸਾਹਿਬ ਇਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਬਖਸ਼ ਕਰਦੇ ਨੇ, ਕਹੂੰ ਫੂਲ ਹੋ ਕੇ ਭਲੀ ਭਾਂਤ ਫੂਲੇ। ਕਹੂੰ ਫੁੱਲ ਹੋ ਕੇ ਤੂੰ ਭਲੀ ਭਾਂਤ ਫੁੱਲਿਆ ਹੋਇਆ ਪਰਮੇਸ਼ਰ, ਤੇਰਾ ਵਾਸਾ ਕਿੱਥੇ ਕਿੱਥੇ? ਜਹ ਜਹ ਪੇਖੋ ਤਹ ਹਜੂਰ। ਫੁੱਲ ਦੇਖੋ, ਫਿਰ ਸੁਗੰਧੀ ਦੇਖੋ, ਕਿਤਨੇ ਕਿਤੇ ਸੁਗੰਧੀ ਲੈ ਕੇ ਚਲੇ ਜਾਓ, ਸੁਗੰਧੀ ਲੈਂਦੇ ਜਾਓ ਲੈਂਦੇ ਜਾਓ, ਕਦੇ ਮੁੱਕਦੀ ਨਹੀਂ। ਉਹ ਕੈਸਾ ਹੈ? ਕਿਸ ਨੇ ਉੱਥੇ ਇਤਨੀ ਸੁਗੰਧੀ ਭਰੀ ਹੈ? ਉੱਥੋਂ ਪਰਮੇਸ਼ਰ ਦਿਖਦਾ ਹੈ। ਪਰਮੇਸ਼ਰ ਕੁਦਰਤ ਦੇ ਵਿੱਚੋਂ ਦਿਖਦਾ ਹੈ। ਬਲਿਹਾਰੀ ਕੁਦਰਤ ਵਸਿਆ। ਹੇ ਵਾਹਿਗੁਰੂ ਪਰਮੇਸ਼ਰ ਜੀ, ਤੇਰੇ ਕੋਲੋਂ ਬਲਿਹਾਰ ਨੇ, ਵਾਰ ਨੇ, ਤੇਰੇ ਤੋਂ ਜਾਈਏ, ਤੂੰ ਕੁਦਰਤ ਦੇ ਵਿੱਚ ਵਸਿਆ ਹੋਇਆ ਹੈ, ਪਰ ਤੇਰਾ ਅੰਤ ਫੇਰ ਵੀ ਨਹੀਂ ਜਾਣਾ ਜਾ ਸਕਦਾ। ਤੇਰਾ ਅੰਤ ਨਾ ਜਾਈ ਲਖਿਆ।
ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਵਿੱਚ ਫਰਮਾਉਂਦੇ ਹਨ, ਬੇਅੰਤ 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 ਕੋ ਕਰੰਤ ਪਾਠ ਪੇਖੀ ਹੈ। ਉਹ ਪਰਮੇਸ਼ਰ ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ, ਅੰਤ ਨਹੀਂ ਪਾਇਆ ਜਾ ਸਕਦਾ। ਪਰ ਦੇਖੀਏ ਕਿਵੇਂ, ਕਰੰਤ ਪਾਠ ਪੇਖੀ ਹੈ, ਪਾਠ ਕਰਕੇ ਪਤਾ ਲੱਗੇਗਾ ਵੀ ਉਹ ਪਰਮੇਸ਼ਰ ਬੇਅੰਤ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਵੀ ਤੂੰ ਪਾਤਸ਼ਾਹ ਮਹਾਰਾਜ ਅੱਜ ਦਾ ਫਰਮਾਨ ਹੀ ਇਹ ਹੈ ਵੀ ਜਿੱਥੇ ਜਿੱਥੇ ਦੇਖੀਏ ਤੂੰ ਉੱਥੇ ਹੀ ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਜ਼ਹੂਰ ਹੈ। ਜਿਹੇ ਜਿਹੇ ਪੇਖੋ ਤਹ ਹਜ਼ੂਰ। ਹੈ ਵਾਹਿਗੁਰੂ ਅਥਵਾ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਫਰਮਾਨ ਕਰਦੇ ਨੇ ਵੀ ਜਿੱਥੇ ਜਿੱਥੇ ਦੇਖੀਏ, ਜਿੱਧਰ ਨਜ਼ਰ ਮਾਰੀਏ ਉੱਥੇ ਪਰਮੇਸ਼ਰ ਰਮਿਆ ਹੋਇਆ ਹੈ, ਹਾਜ਼ਰ ਹਜ਼ੂਰ, ਉੱਥੇ ਹੀ ਹਾਜ਼ਰ ਨਾਜ਼ਰ ਹੈ। ਨਿਤਾ ਪ੍ਰਤੀ ਸਤ ਸੰਗ ਜੀ ਨਿਤਨੇਮ ਵਾਲੀ ਬਾਣੀ ਸਾਡੀ 2 ਨੰਬਰ ਤੇ ਪੜ੍ਹੀ ਜਾਣ ਵਾਲੀ। ਪਹਿਲੇ ਨੰਬਰ ਤੇ ਸ੍ਰੀ ਜਪਜੀ ਸਾਹਿਬ, ਦੂਸਰੇ ਤੇ ਜਾਪ ਸਾਹਿਬ ਹੈ। ਅੰਮ੍ਰਿਤ ਛਕਾਉਣ ਸਮੇਂ ਦੂਸਰੇ ਨੰਬਰ ਤੇ ਪੜ੍ਹੀ ਜਾਣ ਵਾਲੀ ਬਾਣੀ ਜਾਪ ਸਾਹਿਬ, ਤੇ ਉਹਦੇ ਅਖੀਰਲੇ ਛੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਚੱਤਰ ਚੱਕਰਵਰਤੀ ਚੱਤਰ ਚੱਕਰ ਭੁਗਤੇ, ਸੁਯੰਭਵ ਸੁਭੰ ਸਰਬਦਾ ਸਰਬ ਜੁਗਤੇ, ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ, ਸਦਾੰਗ ਸੰਗੇ ਅਭੰਗੰ ਬਉਤੇ, ਜਹ ਜਹ ਪੇਖੋ ਤਹ ਹਜ਼ੂਰ। ਹੇ ਵਾਹਿਗੁਰੂ ਜਿੱਥੇ ਜਿੱਥੇ ਤੈਨੂੰ ਦੇਖੀਏ ਅਥਵਾ ਸਾਨੂੰ ਸਾਰਿਆਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਸੰਬੋਧਨ ਮਾਰ ਕੇ ਕਹਿੰਦੇ, ਸੰਬੋਧਨ ਕਰਦੇ ਨੇ, ਭਾਈ ਜਿੱਥੇ ਜਿੱਥੇ ਵੀ ਪਰਮੇਸ਼ਰ ਨੂੰ ਦੇਖੀਏ ਉੱਥੇ ਉੱਥੇ ਹਜ਼ੂਰ, ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ। ਤੇ ਦੂਰ ਕਤੋਂ ਨਾ ਜਾਈ, ਕਦੇ ਦੂਰ ਨਹੀਂ ਹੈ, ਨੇੜੇ ਹੂੰ ਤੇ ਨੇੜਾ। ਸਾਧ ਸੰਗਤ ਜੀ ਐਸੀ ਬਿਰਤੀ ਬਹੁਤ ਜੇ ਰੱਬ ਦੇ ਪਿਆਰੇ ਉਹਨਾਂ ਨੇ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਘਟ ਘਟ ਦੇ ਵਿੱਚ ਪਰਮੇਸ਼ਰ ਨੂੰ ਜਾਣ ਲੈਣਾ, ਐਸੀ ਬਿਰਤੀ ਵਾਲੇ ਜਗ ਮੈਂ ਉਤਮ ਕਾਢੀ ਹੈ ਵਿਰਲੇ ਕੀ ਕੇ। ਸਾਰਿਆਂ ਦੀ ਐਸੀ ਬਿਰਤੀ ਨਹੀਂ ਹੁੰਦੀ। ਪਹਿਲਾਂ ਬੇਨਤੀ ਕੀਤੀ, ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਹੁੰਦੀ। ਸੋ ਸਾਧ ਸੰਗਤ ਜੀ ਇਹਨਾਂ ਵਿੱਚ ਇੱਕ ਥੋੜ੍ਹੀ ਸਾਖੀ ਸਾਂਝੀ ਕਰੀਏ। ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਅਨੰਨ ਸਿੱਖ ਭਾਈ ਕਨ੍ਹਈਆ ਜੀ, ਜੋ ਜਰੇ ਜਰੇ ਵਿੱਚ ਘਟ ਘਟ ਵਿੱਚ ਪਰਮੇਸ਼ਰ ਨੂੰ ਜਾਣਨੇ ਵਾਲੇ ਸਨ। ਪਹਿਲਾਂ ਤੋਂ ਲੈ ਕੇ ਸਾਧ ਸੰਗਤ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਮੇਂ ਉਸ ਸੇਵਾ ਵਿੱਚ ਹਾਜ਼ਰ ਹੋਏ ਸਨ। ਉਹਨਾਂ ਦਾ ਜੀਵਨ ਹੀ ਐਸਾ ਸੀ ਕਿ ਉਹਨਾਂ ਦੇ ਪਿਤਾ ਜੀ ਸੁਦਾਗਰ ਸਨ। ਸੁਦਾਗਰ ਇੱਕ ਵੱਡੇ ਵਪਾਰੀ, ਸੁਦਾਗਰ ਵੀ ਇੱਕ ਨੰਬਰ ਦੇ ਸਨ। ਕਈ ਛੋਟੇ ਹੁੰਦੇ, ਕਈ ਵੱਡੇ ਵਪਾਰੀ ਹੁੰਦੇ ਹਨ। ਉਹਨਾਂ ਦੇ ਸਾਧ ਸੰਗਤ ਜੀ ਐਸੇ ਲਾਲ ਸਨ ਇਹ ਭਾਈ ਕਨ੍ਹਈਆ ਜੀ। ਤੇ ਘਰ ਵਿੱਚ ਰਹਿੰਦਿਆਂ ਹੋਇਆ ਐਸੀ ਬਿਰਤੀ ਸੀ, ਸੁਦਾਗਰ ਵਪਾਰੀਆਂ ਦੇ ਘਰੇ ਸਾਧ ਸੰਗਤ ਜੀ ਮਹਾਰਾਜ ਨੇ ਬੇਅੰਤ ਧਨ ਮਾਲ ਦਿੱਤਾ ਹੁੰਦਾ, ਉਦੋਂ ਵੀ ਗਰੀਬਾਂ ਨੂੰ ਵੰਡਦਿਆ ਕਰਨਾ। ਮਾਤਾ ਪਿਤਾ ਨੇ ਕਈ ਵਾਰੀ ਵਰਜਣਾ, ਪਰ ਐਸਾ ਨਹੀਂ। ਤੋ ਇਕੱਲੇ ਸਪੁੱਤਰ ਹੋਣ ਕਰਕੇ ਸ਼ਾਦੀ ਵੀ ਹੋਈ, ਕੁਛ ਬੱਚੇ ਵੀ ਹੋਏ ਜੋ ਪਰਮੇਸ਼ਰ ਦਾ ਹੁਕਮ ਸੀ ਉਹਦੇ ਅਨੁਸਾਰ। ਤੋ ਬਿਰਤੀ ਐਸੀ ਰਹੀ, ਸਾਧ ਸੰਗਤ ਜੀ ਘਰ ਨੂੰ ਵੀ ਛੱਡ ਕੇ ਪ੍ਰਗਟ ਹੋ ਗਏ ਨੇ। ਐਸੀ ਬ੍ਰਖਤਾ ਦੇ ਵਿੱਚ ਸਾਧ ਸੰਗਤ ਜੀ ਕਾਫੀ ਸਮਾਂ ਵੀ ਲੰਘਿਆ, ਜੰਗਲਾਂ ਵਿੱਚ ਵੀ ਭਜਨ ਬੰਦਗੀ ਕਰਦੇ ਰਹੇ। ਪਰ ਇਸੇ ਹੋਰ ਗੁਰਸਿੱਖਾਂ ਦਾ ਮਿਲਾਪ ਹੋਇਆ ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੱਸ ਪਾਈ, ਉੱਥੇ ਆਏ ਨੇ।
ਉੱਥੇ ਅੱਗੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੋ ਮਹਾਨ ਵੱਡੇ ਭਾਣੇ ਵਰਤੇ ਜੰਗਾਂ ਹੋਈਆਂ, ਉਹਦੇ ਵਿੱਚ ਹੀ ਸੱਚੇ ਪਾਤਸ਼ਾਹ ਮਹਾਰਾਜ ਦੀ ਐਸੀ ਮਹਾਨ ਇਹਨਾਂ ਦੇ ਕਿਰਪਾਲਤਾ ਰਹੀ ਆ ਕਿ ਸਿੱਖਾਂ ਦੀ ਵੇਖ ਲਓ ਕਿੰਨੀ ਉਦੋਂ ਸਾਧ ਸੰਗਤ ਜੀ ਮਹਾਨ ਕੁਰਬਾਨੀਆਂ ਵਾਲੇ ਸਮੇਂ ਚੱਲ ਰਹੇ ਸਨ। ਤੋ ਐਸਾ ਹੋ ਹੀ ਜਾਣਾ ਸੀ। ਭਾਈ ਸਾਹਿਬ ਕੋਲੇ ਕਹਿੰਦੇ ਵੀ ਇੱਕ ਮਸ਼ਕ ਤੇ ਸਾਧ ਸੰਗਤ ਜੀ ਚਿੱਟੇ ਵਸਤਰ ਪਾਏ ਹੁੰਦੇ ਸਨ ਤੇ ਚਿੱਟਾ ਹੱਥ ਵਿੱਚ ਝੰਡਾ ਵੀ ਹੁੰਦਾ ਸੀ। ਚਿੱਟੇ ਝੰਡੇ ਦਾ ਇਹ ਮਤਲਬ ਹੁੰਦਾ ਵੀ ਕੋਈ ਆ ਜਾਵੇ ਉਹਨੂੰ ਕੋਈ ਕੁਝ ਨਹੀਂ ਕਹਿੰਦਾ ਜੰਗ ਦੇ ਮੈਦਾਨ ਵਿੱਚ। ਅੱਜ ਕੱਲ੍ਹ ਵੀ ਐਸਾ ਹੁੰਦਾ ਵੀ ਜੋ ਜੰਗ ਚੱਲ ਰਹੀ ਨਾ ਭਾਰੀ ਤੇ ਕੋਈ ਉਹਨਾਂ ਨੂੰ ਚਿੱਟਾ ਝੰਡਾ ਦਿਖਾ ਦੇਵੇ ਤਾਂ ਜੰਗ ਬੰਦ ਹੋ ਜਾਂਦੀ ਹੈ। ਉਹ ਐਸਾ ਹੁੰਦਾ ਵੀ ਭਾਈ ਅਸੀਂ ਸ਼ਾਂਤਮਈ ਹਾਂ, ਅਸੀਂ ਵਾਰ ਨਹੀਂ ਕਰਾਂਗੇ ਕੋਈ। ਭਾਈ ਸਾਹਿਬ ਦੇ ਹੱਥ ਵਿੱਚ ਚਿੱਟਾ ਝੰਡਾ ਹੁੰਦਾ ਸੀ, ਚਿੱਟੇ ਹੀ ਵਸਤਰ ਪਾਏ ਹੁੰਦੇ ਸਨ, ਚਿੱਟੀ ਦਸਤਾਰ, ਚਿੱਟਾ ਹੀ ਚੋਲਾ, ਚਿੱਟਾ ਹੀ ਕਮਰ ਕੱਸਾ। ਇਸ ਕਰਕੇ ਇਹਨਾਂ ਦਾ ਸਾਰਿਆਂ ਨਾਲ ਇਹ ਇੱਕ ਸੰਕੇਤ ਹੀ ਸੀਗਾ ਵੀ ਸਭ ਦੇ ਸਾਂਝੇ ਹਨ, ਸਭ ਨੂੰ ਜਲ ਛਕਾਈ ਜਾਂਦੇ ਸਨ, ਮਸ਼ਕ ਭਰੀ ਹੁੰਦੀ ਸੀ। ਤੇ ਉਸ ਸਮੇਂ ਜੰਗ ਦੇ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਿੱਖਾਂ ਨੇ, ਸਿੰਘਾਂ ਪਿਆਰਿਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਕੋਲੇ ਭਾਈ ਸਾਹਿਬ ਦੀ ਸ਼ਿਕਾਇਤ ਵੀ ਲਾਈ। ਸੱਚੇ ਪਾਤਸ਼ਾਹ ਮਹਾਰਾਜ ਸਾਰਿਆਂ ਨੂੰ ਜਲ ਛਕਾਈ ਜਾਂਦਾ, ਅਸੀਂ ਤਾਂ ਮਸਾਂ ਘਾਇਲ ਕਰਦੇ ਹਾਂ, ਮਸਾਂ ਉਹਨਾਂ ਨੂੰ ਮਾਰਦੇ ਹਾਂ, ਇਹ ਪਾਣੀ ਪਿਆ ਕੇ ਫੇਰ ਕਾਇਮ ਕਰ ਦਿੰਦਾ ਸਿੱਖ ਤੁਹਾਡਾ। ਸੱਚੇ ਪਾਤਸ਼ਾਹ ਨੇ ਕੋਲ ਹਜ਼ੂਰ ਬੁਲਾਉਣਾ ਕੀਤਾ, ਭਾਈ ਜੀ ਇਹ ਸਿੱਖ ਕਹਿ ਰਹੇ ਨੇ ਵੀ ਸਾਰਿਆਂ ਨੂੰ ਜਲ ਛਕਾਈ ਜਾਂਦਾ, ਜਿਹੜੇ ਵਿਰੋਧੀ ਨੇ ਤੁਰਕ ਨੇ ਉਹਨਾਂ ਨੂੰ ਇਹ ਕਹਿੰਦਾ ਮਾਰੇ ਮੈਨੂੰ ਕੋਈ ਵਿਰੋਧੀ ਦਿਸਦਾ ਹੀ ਨਹੀਂ ਆ, ਸਾਰਾ ਵਿੱਚ ਤੁਸੀਂ ਜਾਪਦੇ ਹੋ। ਘੱਟ ਘੱਟ ਮੈਂ ਹਰਜੂ ਬਸ ਸੰਤਨ ਕਹਿਓ ਪੁਕਾਰ ਦੇ ਮਹਾਵਾਕ ਅਨੁਸਾਰ ਸਾਧ ਸਿੰਘ ਜੀ ਉਹ ਸਨ। ਇਹ ਸਨ ਸੰਤ, ਸ਼ਾਂਤਮਈ ਸਰੂਪ, ਸਭ ਨੂੰ ਜਲ ਛਕਾਉਂਦੇ ਸਨ। ਤੇ ਸੱਚੇ ਪਾਤਸ਼ਾਹ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਵੀ ਇਉਂ ਕਰ, ਆਹ ਲੈ ਮਲਮ ਪੱਟੀ ਵੀ ਸਾਰਿਆਂ ਨੂੰ ਕਰਿਆ ਕਰ, ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਐਸੀ ਬਿਰਤੀ ਨੂੰ ਸਾਧ ਸੰਗਤ ਜੀ ਜਾਣਨੇ ਵਾਲੇ ਸਨ ਭਾਈ ਕਨ੍ਹਈਆ ਜੀ। ਹੋਰ ਬੇਅੰਤ ਐਸੇ ਸਿੱਖ ਹੋਏ, ਬੜੇ ਭਗਤ ਹੋਏ ਨੇ, ਭਾਈ ਕਬੀਰ ਵਾਹਿਗੁਰੂ ਜੀ, ਬਾਬਾ ਫਰੀਦ ਜੀ, ਭਗਤ ਕਬੀਰ ਸਾਹਿਬ ਜੀ, ਭਗਤ ਨਾਮਦੇਵ ਜੀ, ਐਸੀ ਬਿਰਤੀ ਵਾਲੇ ਹੋਏ ਹਨ ਜੋ ਜਰੇ ਜਰੇ ਵਿੱਚ ਪਰਮੇਸ਼ਰ ਨੂੰ ਜਾਣਨੇ ਵਾਲੇ ਸਨ। ਸੋ ਸੱਚੇ ਪਾਤਸ਼ਾਹ ਨੇ ਐਸਿਆਂ ਬਾਰੇ ਕਿਹਾ ਹੈ ਵੀ ਜਿਹੇ ਜਿਹੇ ਪੇਖੋ ਤਾਂ ਹੈ ਜੂਰ। ਹੇ ਗੁਰਸਿੱਖੋ, ਹੇ ਗੁਰਮੁਖੋ, ਹੇ ਗੁਰੂ ਪਰਮੇਸ਼ਰ ਦੇ ਪਿਆਰਿਓ, ਜਿੱਥੇ ਜਿੱਥੇ ਪਰਮੇਸ਼ਰ ਨੂੰ ਦੇਖੀਏ ਨਾ ਉੱਥੇ ਹਾਜ਼ਰਾ ਹਜ਼ੂਰ ਹੈ ਤੇ ਦੂਰ ਕਦੇ ਜਾਂਦਾ ਹੀ ਨਹੀਂ, ਸਭ ਦੇ ਨੇੜੇ ਹੀ ਰਹਿੰਦਾ ਹੈ। ਇਹ ਸਾਧ ਸੰਗਤ ਜੀ ਬਿਰਤੀ ਦੇ ਅਨੁਸਾਰ ਦੇਖਿਆ ਜਾ ਸਕਦਾ ਹੈ। ਆਪਾਂ ਅਰਦਾਸਾਂ ਵੀ ਇਹ ਕਰਨੀਆਂ, ਮਹਾਰਾਜ ਅਸੀਂ ਸਾਨੂੰ ਬਰੀਕ ਜਿਹੜੀ ਬਿਰਤੀ ਹੈ ਨਾ ਸੋਝੀ ਬਖਸ਼ ਦਿਓ। ਇਹਦੇ ਵਾਸਤੇ ਬੜੀ ਕਮਾਈ ਦੀ ਲੋੜ ਪੈਂਦੀ। ਕੋਈ ਐਸੇ ਗੁਰਮੁਖ ਹੋਣ, ਉਹਨਾਂ ਦੀ ਸੰਗਤ ਹੋਵੇ ਜਿਨ੍ਹਾਂ ਨੇ ਸਾਧ ਸੰਗਤ ਜੀ ਬਹੁਤ ਹੀ ਬਰੀਕੀ ਨਾਲ ਪਰਮੇਸ਼ਰ ਨੂੰ ਤੇ ਫਿਰ ਪਰਮੇਸ਼ਰ ਦੀ ਕਾਇਨਾਤ ਨੂੰ ਦੇਖਿਆ ਹੋਵੇ, ਉਹ ਜਿਹਾਂ ਦੀ ਸੰਗਤ ਹੋ ਜਾਵੇ ਤੇ ਬਿਰਤੀ ਇੱਥੇ ਚਲੀ ਜਾਂਦੀ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਐਸਾ ਵੀ ਕਿਹਾ ਵੀ ਜਿੱਥੇ ਜਿੱਥੇ ਦੇਖੀਏ ਹਾਜ਼ਰ ਹੈ, ਦੂਰ ਕਿਤੇ ਜਾਂਦਾ ਹੀ ਨਹੀਂ। ਤੇ ਹੋਰ ਵੀ ਕਿਹਾ ਰਵ ਰਿਹਾ ਸਰਬੱਤਰ ਮੈਂ, ਉਹ ਸਰਬੱਤਰ ਸਾਰੀ ਕਾਇਨਾਤ ਵਿੱਚ ਜਰੇ ਜਰੇ ਵਿੱਚ ਉਹਦਾ ਵਾਸਾ ਹੈ। ਰਵ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ। ਹੇ ਮਨਾ ਅਥਵਾ ਹੇ ਜਗਤ ਦੇ ਲੋਕੋ, ਸਤ ਸੰਗ ਜੀ ਆਪਣੇ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਉੱਤਮ ਭਗਤੇ ਦੀ ਨਿਸ਼ਾਨੀ ਹੁੰਦੀ ਹੈ। ਜਿਹੜਾ ਉੱਤਮ ਭਗਤਾ ਹੁੰਦਾ ਆਪਣੇ ਮਨ ਨੂੰ ਸੰਬੋਧਨ ਕਰਦਾ ਤੇ ਕਹਿੰਦਾ ਭਾਵੇਂ ਸਾਰਿਆਂ ਨੂੰ ਹੋਵੇ। ਮੱਧਮ ਭਗਤਾ ਜਿਹੜਾ ਹੈ ਉਹ ਅਗਲਿਆਂ ਨੂੰ ਗਾਂਹ ਵਾਲਿਆਂ ਨੂੰ ਸੰਬੋਧਨ ਕਰ ਕਹਿੰਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਮਹਾਨ ਉੱਤਮ ਤੋਂ ਵੀ ਉੱਤਮ ਹਨ ਸਾਧ ਸੰਗਤ ਜੀ, ਆਪਣੇ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਵੀ ਇਹ ਮੇਰੇ ਮਨ ਰਵ ਰਿਹਾ ਉਹ ਪਰਮੇਸ਼ਰ ਜਿੱਥੇ ਕਿਤੇ ਦੇਖੀਏ ਹਜ਼ੂਰ ਹੈ, ਦੂਰ ਕਦੇ ਜਾਂਦਾ ਹੀ ਨਹੀਂ ਹੈ ਤੇ ਸਭਿਆਂ ਵਿੱਚ ਰਵਿਆ ਹੋਇਆ, ਸਭਨਾਂ ਵਿੱਚ ਉਹ ਰਮਿਆ ਹੈ। ਹੇ ਮੇਰੇ ਮਨ ਐਸੇ ਪਰਮੇਸ਼ਰ ਨੂੰ ਸਦਾ ਹੀ ਧਿਆਉਣਾ ਕਰ, ਉਹਦਾ ਸਿਮਰਨ ਕਰਨਾ ਕਰ। ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨੀਐ। ਈਤ ਊਤ ਤੋਂ ਭਾਵ ਸਾਧ ਸੰਗਤ ਜੀ ਇੱਥੇ ਉੱਥੇ ਦਾ ਭਾਵ ਹੁੰਦਾ ਹੈ ਵੀ ਇਹ ਸੰਸਾਰ
ਤੇ ਪਰਲੋਕ ਸਾਧ ਸੰਗਤ ਜੀ। ਉੱਥੇ ਵੀ ਪਰਮੇਸ਼ਰ ਨਾਲ ਹੀ ਵਿਚਰਦਾ। ਉਹ ਐਸਾ ਸੰਗੀ ਹੈ। ਸਾਡੇ ਸੰਗੀ ਉਹਨੇ ਸਾਧ ਸੰਗਤ ਜੀ, ਬੱਚੇ ਸੰਗੀ ਨੇ, ਹੋਰ ਮਾਤਾ ਪਿਤਾ, ਪਰਿਵਾਰ ਦੇ ਭੈਣ ਭਰਾ, ਸਕੇ ਸੰਬੰਧੀ, ਬੱਚੇ, ਘਰ ਵਾਲੀ ਇਸਤਰੀ ਜਾਂ ਪਤੀ ਪਤਨੀ ਦਾ ਜੋ ਸੰਬੰਧ ਹੈ, ਇਹ ਸਾਰੇ ਸੰਗੀ ਨੇ ਨਾ। ਪਰ ਕਿੱਥੋਂ ਤੱਕ ਸੰਗੀ ਸਾਧ ਸੰਗਤ ਜੀ? ਜਿਤਨਾ ਚਿਰ ਸਾਡੇ ਸਵਾਸ ਵਗਦੇ ਨੇ ਉਤਨਾ ਚਿਰ, ਫਿਰ ਤੱਕ ਵੀ ਜਿਤਨਾ ਚਿਰ ਸਰੀਰ ਹੈ ਪੰਜ ਭੌਤਿਕ, ਤੇ ਜਦੋਂ ਸਾਧ ਸੰਗਤ ਜੀ ਸ਼ਮਸ਼ਾਨ ਭੂਮਿਕਾ ਵਿੱਚ ਜਾਲ ਚਲਿਆ ਜਾਂਦਾ ਹੈ, ਉਦੋਂ ਸਾਰੇ ਨਾ ਫਿਰ ਉੱਥੇ ਸਾਧ ਸੰਗਤ ਜੀ ਜਿਹੜੇ ਨੇ ਡੱਕੇ ਸੁੱਟ ਕੇ ਮੁੜੇ ਆਉਂਦੇ ਨੇ। ਇੱਕ ਪੁਰਾਣਾ ਰਿਵਾਜ ਸਾਡੇ ਪੰਜਾਬ ਦਾ, ਵੀ ਜਦੋਂ ਜਾਣਾ ਨਾ ਕਿਸੇ ਪ੍ਰਾਣੀ ਦੀ ਕਿਰਿਆ ਕਰਮ ਕਰਨ, ਉਹਦਾ ਸੰਸਕਾਰ ਵੀ ਹੋ ਗਿਆ, ਕੀਰਤਨ ਸੋਹਲਾ ਪੜ੍ਹਿਆ ਗਿਆ, ਅਰਦਾਸ ਹੋ ਗਈ, ਤੇ ਫਿਰ ਡੱਕੇ ਸੁੱਟ ਦੇਣੇ ਉੱਥੇ। ਇਹ ਪੁਰਾਤਨ ਰੀਤੀ ਹੈ ਵੀ ਬਸ ਭਾਈ ਤੇਰੀ ਤੇ ਸਾਡੀ ਇੰਨੀ ਸਾਂਝ ਸੀ, ਉਸ ਤੋਂ ਬਦੇ ਅੱਗੇ ਪਰੇ ਤੇਰੇ ਨਾਲ ਕੋਈ ਨਹੀਂ ਜਾ ਸਕਦੇ। ਫਿਰ ਉੱਥੇ ਕਿਹਨੇ ਜਾਣਾ ਹੁੰਦਾ ਨਾਲ? ਉਹ ਜਾਣਾ ਸਾਡੇ ਜਿਹੜੇ ਕਰਮ ਕੀਤੇ ਉਹਨਾਂ ਨੇ ਜਾਣਾ, ਜਾਂ ਨਾਮ ਜਪਿਆ ਹੈ ਉਹਨੇ ਜਾਣਾ ਹੈ, ਜੋ ਕਮਾਈ ਕੀਤੀ ਧਰਮ ਦੀ ਉਹਨੇ ਸਾਡੇ ਨਾਲ ਜਾਣਾ ਹੈ। ਉਹ ਕਦੇ ਦੂਰ ਹੁੰਦਾ ਹੀ ਨਹੀਂ। ਬਾਕੀ ਤਾਂ ਸਾਰੇ ਸੰਗਾ ਸਾਥ ਛੱਡ ਜਾਂਦੇ ਨੇ ਨਾ। ਇਹ ਉੱਤੇ ਕਿ ਸਭ ਤੋਂ ਨੇੜੇ ਸਾਧ ਸੰਗਤ ਜੀ ਪ੍ਰਾਣੀ ਦਾ ਜੋ ਸੰਬੰਧ ਹੈ ਦੰਪਤੀ ਦਾ ਹੈ। ਇਸਤਰੀ ਪੁਰਸ਼ ਦਾ ਭਾਵ ਪਤਨੀ ਪਤਨੀ ਦਾ ਸੰਬੰਧ, ਪਤੀ ਪਤਨੀ ਦਾ ਸੰਬੰਧ ਹੈ। ਇਹ ਸਭ ਤੋਂ ਨੇੜਲਾ ਰਿਸ਼ਤਾ ਹੈ। ਤੇ ਜਦੋਂ ਉਹ ਵੀ ਚੜ੍ਹਾਈ ਕਰ ਗਿਆ ਸਿੰਘ ਪਿਆਰਾ ਕੋਈ ਪ੍ਰਾਣੀ, ਤੇ ਮਹਾਰਾਜ ਦੀ ਬਾਣੀ ਦੇ ਵਿੱਚ ਲਿਖਿਆ ਹੈ ਵੀ ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸਤ ਸੰਗ ਲਾਗੀ, ਜਬ ਹੀ ਹੰਸ ਕਦੀ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਉਹਨੇ ਭੂਤ ਭੂਤ ਕਹਿ ਕੇ ਦੂਰ ਭੱਜ ਜਾਣਾ। ਇਸ ਤੱਕ ਕਿ ਸਾਰੇ ਪਰਿਵਾਰ ਨੇ ਹੈ ਇੰਨਾ ਕਹਿ ਦੇਣਾ ਵੀ ਇਹਨੂੰ ਕਾਢੋ ਕਾਢੋ ਹੋਈ, ਬੌਰੇ ਤੋਂ ਇਹ ਘਰੀ ਨਾ ਰੱਖੇ ਕੋਈ, ਬਸ ਕੱਢੋ, ਛੇਤੀ ਕਰੋ ਛੇਤੀ ਕਰੋ। ਤੇ ਅੱਜ ਕੱਲ੍ਹ ਤਾਂ ਇੱਥੇ ਸਾਧ ਸੰਗਤ ਜੀ ਇਹ ਬਾਹਰਲੇ ਮੁਲਕਾਂ ਦਾ ਤਾਂ ਇਹ ਚੱਲਦਾ ਕੰਮ। ਕੱਲ੍ਹ ਨੂੰ ਇੱਕ ਮਾਤਾ ਦਾ ਸੰਸਕਾਰ ਹੋਣਾ ਸਾਡੇ ਇਲਾਕੇ ਦੇ ਨੇ, ਮੋਗੇ ਦੇ। ਮੈਨੂੰ ਕਹਿੰਦੇ ਵੀ ਸੰਸਕਾਰ, ਤੇ ਮੈਂ ਬਿਲਕੁਲ ਬਈ ਆਵਾਂਗੇ, ਭੋਗ ਤੇ ਆਉਣਾ ਹੀ ਜਾਣਾ, ਆਉਣਾ ਹੀ ਪੈਣਾ ਸਾਰਾ। ਤੋ ਸਾਧ ਸੰਗਤ ਜੀ ਐਸਾ, ਉਹ ਮੈਂ ਗਿਆਨੀ ਜੀ ਉਹਨਾਂ ਨੂੰ ਕਹਿੰਦਾ ਸੀ ਮੈਂ ਮਾਤਾ ਦਾ ਭੋਗ ਪੈਣਾ, ਕਹਿੰਦਾ ਭੋਗ ਨਹੀਂ ਪੈਣਾ, ਸੰਸਕਾਰ ਵੀ ਗੱਲ ਨਹੀਂ ਹੋਣਾ। ਇਹ ਤਾਂ ਇਕੱਠਾ ਹੀ ਚੱਲਦਾ ਕੰਮ। ਸਾਡੇ ਤਾਂ ਪਹਿਲੇ ਦਿਨ ਕੋਈ ਚੜ੍ਹਾਈ ਕਰ ਗਿਆ, ਆਪਣੇ ਪੰਜਾਬ ਤੋਂ ਸਾਰੇ ਉੱਧਰੋਂ ਹੀ ਆਏ ਹੋ, ਤੋਂ ਪਹਿਲੇ ਸੰਸਕਾਰ ਹੋ ਗਿਆ, ਦਿਹਾੜੀ ਵਾਲੀ ਰੱਖ ਲਓ। ਫਿਰ ਤੀਜੇ ਦਿਨ ਸਾਧ ਸੰਗਤ ਜੀ ਉਹਦਾ ਅੰਗੀਠਾ ਇਕੱਤਰ ਕਰਦੇ ਆ ਪ੍ਰਾਣੀ ਦਾ। ਫਿਰ ਨਾਲ ਹੀ ਉਦੋਂ ਸਹਿਜ ਪਾਠ, ਕਈ ਵਾਰ ਤਾਂ ਉਦੋਂ ਲਾਣੀਆਂ ਦੇ ਨਾਲ ਹੀ ਸਹਿਜ ਪਾਠ ਆਰੰਭ ਕਰ ਦਈਦਾ। ਸਹਿਜ ਪਾਠ ਹੋਵੇ ਫਿਰ ਵੀ 3 ਦਿਨ ਪਹਿਲਾਂ ਅਖੰਡ ਪਾਠ ਤੇ ਇਹ 2-2 ਵੀ ਪਾਠ ਚੱਲ ਜਾਂਦੇ ਨੇ। 10 ਦਿਨ ਦੁਸਹਿਰੇ 'ਤੇ ਇਹ ਸਾਡੀ ਕਿਰਿਆ ਹੈ। ਤੇ ਇੱਧਰ ਤਾਂ ਉਹ ਵੀ ਗਈ। ਬਸ ਕਹਿੰਦੇ, ਮੈਂ ਆਖਿਆ ਵੀ ਉਹ ਕਹਿੰਦੇ ਭੋਗ ਤੇ ਗਿਆਨੀ ਜੀ ਕੱਲ੍ਹ ਇੱਥੇ ਆਏ ਸਨ ਸ਼ਾਮ ਨੂੰ ਸਿੰਘ, ਉਹ ਕਹਿੰਦੇ ਮਾਤਾ ਚੜ੍ਹਾਈ ਕਰਕੇ ਪਹਿਲਾਂ ਫੋਨ 'ਤੇ ਵਿਚਾਰਾਂ ਹੋਈਆਂ। ਮੈਂ 7 ਵਜੇ ਜੀ ਜ਼ਰੂਰ ਆਵਾਂਗੇ। ਤੇ ਮੈਂ ਗਿਆਨੀ ਜੀ ਨੂੰ ਕਿਹਾ, ਗਿਆਨੀ ਜੀ ਆਪਾਂ ਚੱਲਣਾ, ਪ੍ਰੇਮੀ ਆਪਣੇ ਇਲਾਕੇ ਦੇ ਨੇ, ਖਾਸ ਨੇ। ਉਹਨਾਂ 'ਚੋਂ ਇੱਕ ਮਹਾਂਪੁਰਸ਼ਾਂ ਦਾ ਵਿਦਿਆਰਥੀ, ਮਹਿਰੋਂ ਸਾਡੇ ਕੋਲ ਰਾਮ ਵਾਲੇ ਤੋਂ ਪੜ੍ਹਨ ਆਉਂਦਾ ਸੀ ਸਿੰਘ। ਤੇ ਮੈਂ ਕਿਹਾ ਨਾ ਜਾਣਾ। ਉਹ ਕਹਿੰਦਾ ਸੰਸਕਾਰ ਵੀ ਕੱਲ੍ਹ ਨੂੰ ਹੀ ਹੋਣਾ। ਮੈਂ ਕਿਹਾ ਅੱਛਾ, ਇਹ ਇਕੱਠਾ ਹੀ ਨਿਬੇੜ ਦਿੰਦੇ ਕੰਮ। ਐਸਾ ਚੱਲਦਾ ਕੰਮ ਇੱਧਰਲਾ ਤਾਂ। ਤੋ ਸਾਧ ਸੰਗਤ ਜੀ ਉਹ, ਪਰ ਜਿਹੜੀ ਆਪਣੀ ਵਿਚਾਰ ਚੱਲ ਰਹੀ ਸੀ ਵੀ ਉਹ ਸੰਗੀ ਤਾਂ ਕੋਈ ਨਹੀਂ ਨਾ ਜਾਣੇ ਨਾਲ। ਸੰਸਕਾਰ ਤੇ ਸਾਰੇ ਸੀਮਤ ਆ, ਸਗੋਂ ਕੰਮ ਨਿਬੇੜਨ ਤੇ ਹੋ ਗਿਆ, ਕਿਰਿਆ ਤਾਂ ਗਈ ਨਾ, ਮਰਜ਼ਾਦਾ ਤਾਂ ਗਈ ਕਿਧਰੇ, ਬਸ ਨਿਬੇੜਾ ਹੀ ਆ। ਉਦੋਂ ਹੀ ਸੁੱਚ ਲਾ ਦਿਓ, ਉਦੋਂ ਹੀ ਪਾਠ ਦੇ ਭੋਗ ਪਾ ਦੇਣਾ, ਵਿੱਚੇ ਕੀਰਤਨ ਸੋਹਲਾ, ਵਿੱਚੇ ਲਾਣੀਆਂ, ਵਿੱਚੇ ਭੋਗ ਆ ਗਿਆ। ਚਲੋ ਇਹ ਹੈਗਾ ਕੰਮ ਨਿਬੇੜਨ ਦਾ ਕੰਮ। ਸੰਸਾਰ ਦਾ ਤਾਂ ਨਿਬੇੜੋ ਸਹੀ, ਕਾਢੋ ਕਾਢੋ ਹੋਈ, ਬਸ ਘੜੀ ਵੀ ਨਹੀਂ ਰੱਖ ਸਕਦੇ, ਹੋਰ ਕਿਸੇ ਨਾਲ ਜਾਣਾ ਹੀ ਨਹੀਂ। ਪਰ ਪਰਮੇਸ਼ਰ ਜੀ ਦਾ ਨਾਮ ਹੈ ਜਿਹੜਾ ਜਾਂਦਾ, ਨਾਲ ਨਹੀਂ ਨਾ ਜਾਣਾ ਮਾਈ ਦੇ ਕਿਸੇ ਨੇ। ਜੋ ਉਹਨੇ ਕਮਾਈ ਕੀਤੀ ਉਹ ਨਾਲ ਜਾਏਗੀ। ਸਾਰਿਆਂ ਦੇ ਆਪਣੇ ਨਾਲ ਇਹ ਹਾਲਤ ਹੋਣੀ ਨਾ। ਈਦ ਊਤ ਨਹੀਂ ਵਿਛੜਾ, ਜੋ ਇੱਥੇ ਵੀ ਅਥਵਾ ਇਸ ਦੁਨੀਆ 'ਤੇ, ਇਸ ਲੋਕ ਵਿੱਚ। ਤੇ ਜਦੋਂ ਇਸ ਲੋਕ ਨੂੰ ਛੱਡ ਕੇ ਅਸੀਂ ਸਾਧ ਸੰਗਤ ਜੀ ਪਰਲੋਕ ਜਾਣਾ ਹੈ, ਪਰਮੇਸ਼ਰ ਉੱਥੇ ਵੀ ਨਹੀਂ ਵਿਛੜਨਾ। ਸੋ ਸੰਗੀ ਗਣੀਏ
ਜੋ ਐਸਾ ਸਾਡਾ ਸੰਗੀ ਆ ਹਮੇਸ਼ਾ ਲਈ, ਜੋ ਇਸ ਪੰਜ ਭੌਤਿਕ ਸਰੀਰ ਨੂੰ ਵੀ ਤਿਆਗ ਕੇ ਚਲੇ ਜਾਵਾਂਗੇ, ਉਹਦਾ ਫਿਰ ਸਿਮਰਨ ਕਰਨਾ ਕਰੀਏ ਜੀ। ਬਿਨ ਸਜਾਏ ਜੋ ਨਿਮਖ ਮਹਿ, ਸੋ ਅਲਪ ਸੁਖ ਭਨੀਐ। ਜੇ ਸੰਸਾਰ ਦੇ ਸੁੱਖ ਨੇ ਨਾ ਸਾਧ ਸੰਗਤ ਜੀ, ਇਹ ਬਿਨਸਨਹਾਰ ਨੇ ਸਾਰੇ ਸੁੱਖਾਂ ਦੀ ਪ੍ਰਾਪਤੀ ਲਈ ਫਿਰਦੇ ਆਪਾਂ। ਦੁੱਖ ਕੋਈ ਨਹੀਂ ਮੰਗਦਾ, ਸੁੱਖ ਹੀ ਮੰਗਦੇ। ਤੇ ਸੁੱਖ ਜਿਹੜੇ ਮੰਗਣੇ ਨੇ ਇਹ ਕਿਤਨਾ ਸਮੇਂ ਤੱਕ, ਇਹ ਬਿਨਸਨਹਾਰ ਨੇ ਸਾਰੇ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਵੀ ਇਹਦਾ ਨਿਮਖ ਵਿੱਚ, ਤੇ ਨਿਮਖ ਕਿੰਨਾ ਕੁ ਹੁੰਦਾ ਹੈ। ਸਾਡੇ ਜਿਹੜੇ ਗਿਆਨੀ ਲੋਕ ਨੇ ਪੰਜਾਬ ਦੇ, ਉਹ ਸਾਧ ਸੰਗਤ ਜੀ ਉਹ ਮਹਾਂਪੁਰਸ਼ ਇਤਨਾ ਇਹ ਦੱਸਦੇ ਵੀ ਨਿਮਖ ਇੱਕ ਤਾਂ ਅੱਖ ਦੇ ਫੋੜ ਨੂੰ ਕਹਿ ਦਿਓ, ਅੱਖ ਝਮਕਣ ਜਿੰਨਾ ਸਮਾਂ। ਇੱਕ ਹੋਰ ਵੀ ਇਸ ਤੋਂ ਪ੍ਰਵਾਨ ਦਿੰਦੇ ਨੇ ਵੀ ਪਿੱਪਲ ਦਾ ਪੱਤਾ ਲੈ ਲਓ, ਉਹਦੇ ਨਾਲ ਸੂਲ ਨਾਲ ਉਹ 'ਚ ਸੇਕ ਕਰ ਦਿਓ, ਕਿੰਨਾ ਕੁ ਸਮਾਂ ਲੱਗਦਾ, ਉਹਨੂੰ ਨਿਮਖ ਕਹਿੰਦੇ ਨੇ। ਜੇ ਦੁਨੀਆ ਦੇ ਜਿਹੜੇ ਸੁੱਖ ਨੇ ਨਿਮਖ ਭਾਲੇ ਹੁੰਦੇ ਨੇ। ਬਿਨ ਸਜਾਏ ਜੋ ਨਿਮਖ ਮਹਿ, ਸੋ ਅਲਪ, ਉਹ ਤਾਂ ਥੋੜ੍ਹੇ ਜਿਹੇ ਅਲਪ ਕਹਿੰਦੇ ਵੀ ਥੋੜ੍ਹੇ ਤੋਂ ਥੋੜ੍ਹਾ ਸਮਾਂ, ਉਹ ਤਾਂ ਸੁੱਖ ਇੰਨੇ, ਉਹਨੂੰ ਇੰਨਾ ਕੁ ਸੁੱਖ ਜਾਣਨਾ ਕਰੋ। ਅਲਪ ਜਿਹੜੇ ਥੋੜ੍ਹੇ ਸੁੱਖ ਹਨ, ਜਿਹੜੇ ਦੁਨੀਆ ਦੇ ਸੁੱਖ ਹਨ, ਉਹਦਾ ਸਾਰੇ ਬਿਨਸਨਹਾਰ ਹਨ ਜੀ। ਰਹਾਉ ਸਾਧ ਸੰਗਤ, ਰਹਾਉ ਦਾ ਇੱਥੇ ਸ਼ਬਦ ਮੁਤਾਬਕ ਅਰਥ ਹੈਗਾ ਵਿਸਰਾਮ। ਜਿਵੇਂ ਪੰਕਤੀ ਪੰਕਤੀ ਦਾ ਵਿਸਰਾਮ ਹੁੰਦਾ ਨਾ, ਤੇ ਰਹਾਉ ਹੈ ਸ਼ਬਦ ਦਾ ਵਿਸਰਾਮ। ਪੰਕਤੀ ਪੰਕਤੀ ਦੇ ਵਿਸਰਾਮ ਦੇ ਪੰਕਤੀਆਂ ਦੋ, ਇੱਕ ਵਿਸਰਾਮ ਲੱਗਦਾ। ਜਿਵੇਂ ਕਵਿੱਤ ਉਹਦੇ 'ਚ ਸਾਧ ਸੰਗਤ ਤਿੰਨ ਤਿੰਨ ਚਾਰ ਚਾਰ ਵਿਸਰਾਮ ਲੱਗਦੇ ਨੇ। ਤਿੰਨ ਵਿਸਰਾਮ, ਇੱਕ ਫੁੱਲ ਸਟਾਪ, ਇਸ ਪ੍ਰਕਾਰ ਉਸ ਤੋਂ ਵੀ ਵੱਧ ਲੱਗ ਸਕਦੇ ਨੇ। ਤੇ ਇਹ ਜਿਹੜਾ ਸ਼ਬਦ ਦਾ ਵਿਸਰਾਮ ਰਹਾਉ, ਤੇ ਇਹਦੇ ਅਰਥ ਹੋਰ ਵੀ ਕਰਨ। ਰਹਾਉ ਅਟ ਕੇ ਭਾਈ ਚੱਲੋ। ਤੇ ਹੋਰ ਕਈ 100 ਤੋਂ ਵੱਧ ਵੀ ਮਹਾਂਪੁਰਸ਼ਾਂ ਨੇ ਇਹਦੇ ਅਰਥ ਸੰਪਰਦਾਵਾਂ ਵਾਲਿਆਂ ਨੇ ਕੀਤੇ ਨੇ ਰਹਾਉ ਦੇ। ਤੋ ਆਪਣੇ ਕੋਲ ਸਮਾਂ ਇਤਨਾ ਕੀ ਹੈ, ਰਹਾਉ ਦਾ ਅਰਥ ਇੱਥੇ ਵਿਸਰਾਮ ਹੀ ਲਾਈਏ ਵੀ ਸ਼ਬਦ ਦਾ ਵਿਸਰਾਮ ਹੈ। ਅਥਵਾ ਰਾਗੀ ਸਿੰਘ ਜਿਹੜੇ ਸਾਡੇ ਸਤਿਕਾਰਯੋਗ ਵੀਰ ਆਏ ਬੈਠੇ ਨੇ, ਇਹਨਾਂ ਨੂੰ ਪਤਾ ਹੁੰਦਾ ਰਹਾਉ ਵਾਲੀ ਸ਼ਬਦ ਦੇ ਨੇ, ਉਹਨੂੰ ਰੱਖ ਕੇ ਨਾ ਟੇਕ ਸਾਰਾ ਸ਼ਬਦ ਪੜ੍ਹਦੇ ਨੇ। ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਸਾਧ ਸੰਗਤ ਜੀ ਸਾਰੇ ਸ਼ਬਦ ਦਾ ਜੋ ਸਿਧਾਂਤ ਵੀ ਰੱਖਿਆ ਹੁੰਦਾ। ਰਹਾਉ ਦਾ ਅਰਥ ਇਹੀ ਹੈ। ਤੋ ਅੱਗੇ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਨੇ, ਪ੍ਰਤਪਾਲੈ ਪਿਆਉ ਦੇ ਕਾਸ਼ ਊਨ ਨਾ ਹੋਈ। ਉਹ ਜਿਹੜਾ ਪਰਮੇਸ਼ਰ ਹੈ ਨਾ ਸਾਧ ਸੰਗਤ ਜੀ, ਵੀ ਜਿੱਥੇ ਜਿੱਥੇ ਵੇਖੀ ਉੱਥੇ ਹਜ਼ੂਰ ਹੈ, ਨਾਲ ਦੂਰ ਕਦੇ ਜਾਂਦਾ ਹੀ ਨਹੀਂ। ਤੇ ਸਾਨੂੰ ਪ੍ਰਤਪਾਲਾ ਦੇ ਭਾਵ ਆ, ਪ੍ਰਤਪਾਲਨਾ ਕਰਦਾ ਹੈ। ਪਿਆਉ ਤੋਂ ਭਾਵ ਆ ਖਾਣੇ ਪੀਣੇ ਲਈ ਦਿੰਦਾ ਹੈ। ਕਿ ਰੋਜੀ ਦੇ ਹੰਦ ਹੈ, ਕਿ ਰਾਜ ਕਰ ਹੰਦ ਹੈ। ਰੋਜੀ ਦਿੰਦਾ ਨਾ ਸਭ ਨੂੰ। ਜਲੇ ਹਰੀ ਥਲੇ ਹਰੀ, ਉਰੇ ਹਰੀ ਬਨੇ ਹਰੀ, ਗਿਨੇ ਹਰੀ ਗੁਪੇ ਹਰੀ। ਸਭ ਦੇ ਥਾਂ ਸਾਧ ਸੰਗਤ ਜੀ ਪ੍ਰਤੱਖ ਸਰੂਪ ਹੈ। ਸਾਰਿਆਂ ਦੀ ਪ੍ਰਤਪਾਲਨਾ ਕਰਦਾ, ਤੇ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਭ ਦੀ ਪ੍ਰਤਪਾਲਨਾ ਕਰਦਾ, ਸਭ ਨੂੰ ਸਾਧ ਸੰਗਤ ਜੀ ਅੰਨ ਭੋਜਨ ਰੋਜੀ ਦਿੰਦਾ ਹੈ। ਇਸ ਤੱਕ ਕਿ ਕੀੜ ਦੇ ਵਿੱਚ ਜੋ ਪੱਥਰਾਂ ਵਿੱਚ ਕੀਟ ਹਨ, ਉਹਨਾਂ ਨੂੰ ਵੀ ਰੋਜੀ ਪਹੁੰਚਾਉਣੇ ਵਾਲਾ ਹੈ। ਕਈ ਇਹਦੇ ਬਾਰੇ ਸਾਖੀਆਂ ਤੁਸੀਂ ਪੜ੍ਹਦੇ ਹੋਵੋਗੇ, ਸਾਖੀਆਂ ਆਪਾਂ ਲਾਉਣੀਆਂ ਘੱਟ, ਸਮਾਂ ਆਪਣਾ ਨੇੜੇ ਹੀ ਰਹਿੰਦਾ। ਸੋ ਸੰਕੋਚਮੀ ਜੀ ਵਿਚਾਰ ਕਰਨੀ ਹੈ। ਸਭਨਾ ਜੀਆਂ ਦੀ ਪ੍ਰਤਪਾਲਨਾ ਕਰਨੇ ਵਾਲਾ ਹੈ। ਅਪਿਆਉ ਤੋਂ ਭਾਵ ਸਭ ਨੂੰ ਸਾਧ ਸੰਗਤ ਜੀ ਉਹ ਅੰਨ ਰੋਜੀ ਦੇਣੇ ਵਾਲਾ ਹੈ। ਉਹਦੇ ਘਰੇ ਊਨ ਭਾਵ ਘਾਟਾ ਕਦੇ ਹੈ ਹੀ ਨਹੀਂ, ਸਦਾ ਵੱਧ ਹੋਈ ਜਾਂਦਾ। ਐਸਾ ਪਰਮੇਸ਼ਰ ਹੈ। ਸਾਹ ਸਾਹ ਸੰਭਾਲਤਾ ਮੇਰਾ ਪ੍ਰਭ ਸੋਈ। ਸਾਹ ਸਾਹ ਜਿੰਨੇ ਵੀ ਸਵਾਸ ਲੈਂਦੇ ਸਾਧ ਸੰਗਤ ਜੀ, ਇਹ ਤਾਂ ਕੋਈ ਮਹਾਰਾਜ ਨੇ ਅਗਲੇ ਹੋਰ ਮਹਾਰਾਜ ਦੇ ਫਰਮਾਨ ਬਾਣੀ ਵਿੱਚ ਮਿਲੇ, ਸਾਸ ਗਰਾਸ ਨਾ ਵਿਸਰ। ਇੱਕ ਸਾਸ ਤੇ ਗਰਾਸ ਕਹਿੰਦੇ ਨੇ ਵੀ ਜੋ ਅਸੀਂ ਗਰਾਈਆਂ ਲੈਂਦੇ ਆ, ਭਾਵ ਬੁਰਕੀਆਂ ਛਕਦੇ, ਉਦੋਂ ਨਹੀਂ ਵਿਸਰਨਾ ਚਾਹੀਦਾ। ਉਦੋਂ ਵਿਸਰਦਾ ਨਹੀਂ, ਸਾਡੇ ਨਾਲ ਹੈ। ਉਹ ਸਾਸ ਸਾਸ ਕਰਕੇ ਸਭ ਦੀ ਜੀਵਾਂ ਦੀ
संभालना करने वाला परमेश्वर प्रभु है, वो मेरा प्रभ ऐसा है। कई वारी अपने प्रभु कहते मालक नूं, कई मालक कई तरह के हैं, नौकरां का भी मालक हुंदा, असी अपने वड्डे नूं भी मालक समझते हैं जिवें साध संगत जी, पर परमेश्वर सब तो वड्डा मालक है ना, जो सास सास संभालना करता, बाकी सवास सवास संभालना नहीं कर सकते, समय समय मुताबिक संभालना करते हैं, पर एको ही परमेश्वर सवास सवास सानू संभालता है, सवास सवास साडे नाल विचरदा है, साडी रक्षा करता है। तो साध संगत जी जिवें वो अपनी दरबार साहिब वाली साखी ना, बीबी रजनी वाली, उन्होंने भरोसा सी ना साध संगत जी, वो प्यो दियां कितनियां लड़कियां सन, सारियां कहदियां 7 लड़कियां सी, सारियां कहदियां साडा पिता साडी प्रतिपालना करता, साडी पालना पोषण यह करने वाला है। पर उस बीबी दी इतनी सी साध संगत जी बनी भावना, इतना भरोसा सी, वो कहदियां नहीं बाप तू साडा जन्म देने वाला है, ते साडी सास सास प्रतिपालना करने वाला परमेश्वर है, वाहिगुरू है। तो साध संगत जी ये साखी तुसीं जानदे हो सारे, इत्थों ही साध संगत जी महाराज की कृपालता हुई, दरबार साहिब दे सानूं दर्शन जिते अजकल जाते हैं, तो उहदे पिता ने उन्होंने पिंगले नाल विआह दिता रजनी बीबी नूं, ते उहने ऐसी ऐसी कृपालता हुई साध संगत जी भाणा मन लिया भी मेरा जिहड़ा परमेश्वर आ वो सास सास मेरी प्रतिपालना करेगा बापू जी। वो कहता तेनों देख लांगे फिर किन्नी की तेरी प्रतिपालना करता है, कि पिंगले पति नाल विआह दित्ती साध संगत जी, ऐसी बीबी हुई है, सत धर्म वाली पतिव्रता सी साध संगत जी, अपने परमेश्वर ते भरोसा रखिया, उसे पिंगले पति नूं सिर ते चक के साध संगत जी उन्हें सत धर्म निभाया, ते गुरु पातशाह ने प्रतख ऐसी कृपालता की, जिथे अजकल दुख भंजनी बेरी है ना, तुसीं सारे जाके इशनान करते हो, उथे उस खारी जो टोकरी रखी, वो बेचारा हौली हौली पिंगला टोकरी जो बाहर आया, उथे जरा को इशनान किया, देखा उन्हें एक करिश्मा देखा भी ये जिहड़े काले काम ने ना, कांव आ वो बग्गे हो निकली जाते छपड़ी चो इशनान कर करके, ते अपने आप नूं साध संगत जी संभालद्या होया जरा को ने फिर वो इशनान सारा वह शरीर का हो गया, डोब लिया, वो सारा शरीर सोहना बन गया, कंचन वर्गा हो गया, तो थोड़ी निशानी रख ली जी ने बेरी की जड़ नूं फड़ के नपकिया सी हथ नाल, वो रख लिया। धन गुरु महाराज जी के परमेश्वर जी के गुरु रामदास साहिब के हजूर गए, साध संगत जी ऐसी विचार हुई, ये लंबियां विचारां ने, अपने को समा इतना की है, तो इस शरधा बनने वास्ते दा इशारा ही बहुत हुंदा, इशारे मात्र चतर को इशारा हुंदा, सारे चतर बुद्धि वाले हो, चतर को इशारा ही बहुत, इशारे ना समझ जाते हैं सियाणे लोग। तो साध संगत जी उत्थे अज तक महान गुरु की कृपालता वरस रही है, कितने अज भी उत्थे साध संगत जी रहमतां दे भंडार वरत रहे ने, ते गुरु प्यारे उस रहमतां दे भंडारां विचों कणके लैके अपने आप नूं जन्म सफला कर रहे हैं। वो महाराज ते परमेश्वर जी ते शरधा सी बीबी दी, जो परमेश्वर साथ साथ संभालता है। इतना होया साध संगत जी उन्होंने मुड़ के राज की प्राप्ति भी हो गई सी बीबी रजनी नूं, ते जिथे आपां अज साध संगत जी आनंद माणदे हैं, सब तो पहला कृपालता बीबी रजनी तो पहला कि कां ही उन्हां दे रंग बदल रहे सन, ऐसा परमेश्वर की बेअंतता महाराज वर्णन कर रहे हैं। परमेश्वर साथ साथ संभालने वाला है, ऐसा मेरा प्रभु है सोई, वो सब की प्रतिपालना करने वाला है। ते अगे पातशाह का फरमान है, अशाल अशेद अपार प्रभ ऊंचा जाका रूप। अशाल तो साध संगत जी भाव छलिया नहीं जाता, आम संसार के लोग कितने भी सियाणे होण छल ते साध संगत जी पै ही जाता, इस करके देवतियां भी छल लिया, सब बड़े बड़े छले गए ने। जिहड़ी परमेश्वर की ये माया ना सब नूं छल लैंदी है। ते साध संगत जी जिहड़े ने भगत रूप ने ना, भगत परमेश्वर दे, वो बच सकते ने, ते कई वार तां उन्हां नूं भी छलिया जा सकदा। 3 प्रकार की छल रूप है।
ਜੇ ਮਾਇਆ ਦੇ ਸਰੂਪ ਤਿੰਨ ਦੱਸੇ ਗਿਆਨੀ ਲੋਕਾਂ ਨੇ, ਚੇਤਨ, ਜੜ ਤੇ ਇੱਕ ਹੈ ਛਲ ਸਰੂਪ। ਉਹ ਛਲ ਸਰੂਪ ਜੇ ਕੋਈ ਨਾ ਛਲਿਆ ਜਾਵੇ ਨਾ, ਉਹਨੂੰ ਵੀ ਛਲ ਵਗਰ ਕੇ ਛਲਿਆ ਜਾਂਦਾ। ਪਹਿਲੀ ਗੱਲ ਤਾਂ ਚੇਤਨ 'ਚ ਹੀ ਫਸ ਜਾਂਦੇ, ਫਿਰ ਜੜ 'ਚ ਫਸ ਜਾਂਦਾ। ਜੇ ਕੋਈ ਰਹਿ ਗਿਆ ਨਾ, ਉਹਨੂੰ ਫਿਰ ਸਾਧ ਸੰਗਤ ਜੀ ਇਹ ਛਲ ਰੂਪ ਹੋ ਕੇ ਚੱਲ। ਤੇ ਪਰਮੇਸ਼ਰ ਐਸਾ, ਉਹਦੇ ਭਗਤ ਵੀ ਐਸੇ ਨੇ। ਇੱਕ ਕਬੀਰ ਸਾਹਿਬ ਦੇ ਜੀਵਨ ਵਿੱਚ ਐਸਾ ਸਾਧ ਸੰਗਤ ਜੀ ਘਟਨਾ ਕਹਿ ਲਈਏ, ਕਿਸਮਾ ਹੋਇਆ ਕਿ ਕਬੀਰ ਸਾਹਿਬ ਤੁਰੇ ਜਾ ਰਹੇ ਨੇ, ਕਿਉਂ ਕਬੀਰ ਸਾਹਿਬ ਨਹੀਂ ਛਲੇ ਗਏ, ਬੜਾ ਬੜਾ ਰੂਪ ਧਾਰਨ ਕਰਕੇ ਗਈ। ਕਿਤੇ ਵੀ ਤਾਣੀ ਬੋਲ ਲਾ, ਮੇਰੇ ਪੈਸੇ ਵੱਧ ਲੈ ਲਾ। ਉਹ ਕਹਿੰਦੇ ਨਾ, ਪਰਮੇਸ਼ਰ ਤੇ ਭਰੋਸਾ ਸੀ ਨਾ, ਪਰਮੇਸ਼ਰ ਆਪ ਅਛਲ ਛਲ ਤੋਂ ਰਹਿਤ ਹੈ, ਤੇ ਉਹਦੇ ਜਿਹੜੇ ਪਿਆਰੇ ਨੇ ਉਹ ਵੀ ਛਲੇ ਨਹੀਂ ਜਾ ਸਕਦੇ। ਕਬੀਰ ਸਾਹਿਬ ਦੇ ਜੀਵਨ ਵਿੱਚ ਇੱਕ ਸਾਖੀ ਆਉਂਦੀ ਆ ਬਈ ਉਹ ਛਲੇ ਤਾਂ ਜਾਂਦੇ ਨਹੀਂ, ਤੇ ਰੂਪ ਨੇ ਇੱਕ ਹੋਰ ਧਾਰਨ ਕਰ ਲਿਆ। ਮਾਇਆ ਨੇ ਇੱਕ ਹੋਰ ਰੂਪ ਧਾਰਨ ਕੀਤਾ। ਇੱਕ ਵਾਰੀ ਕਬੀਰ ਸਾਹਿਬ ਚਲੇ ਜਾ ਰਹੇ ਨੇ, ਇੱਕ ਨਦੀ ਆ ਗਈ। ਨਦੀ ਆਈ ਸਾਧ ਸੰਗਤ ਜੀ, ਉੱਥੇ ਛੋਟੀ ਜਿਹੀ ਲੜਕੀ ਨਾ, ਕੋਈ 5-6 ਸਾਲ ਦਾ ਬੱਚਾ ਜਿਵੇਂ ਹੋਵੇ, ਛੋਟੀ ਜਿਹੀ ਲੜਕੀ ਨਦੀ ਦੇ ਕਿਨਾਰੇ ਖੜੀ ਰੋਈ ਜਾਂਦੀ ਹੈ। ਰੋਈ ਜਾਂਦੀ ਲੜਕੀ। ਕਬੀਰ ਸਾਹਿਬ ਭਗਤ ਐਸੇ ਹੁੰਦੇ ਨਰਮ ਦਿਲ ਵਾਲੇ, ਉਹਨਾਂ ਨੂੰ ਤਰਸ ਆ ਗਿਆ। ਕਹਿੰਦੇ ਬੇਟਾ ਤੂੰ ਰੋ ਰਹੀ ਆ? ਕਹਿੰਦੀ ਨਦੀ ਆ, ਮੈਂ ਇਹ ਤਰਨ ਨਹੀਂ ਜਾਣਦੀ, ਮੈਂ ਡੁੱਬ ਜਾਊਂਗੀ, ਮੈਂ ਤਾਂ ਪਿੱਛੇ ਰਹਿ ਗਈ, ਅੱਗੇ ਲੰਘ ਗਏ ਨੇ, ਪਾਣੀ ਗੋਡੇ ਗੋਡੇ ਗਿੱਟੇ ਗਿੱਟੇ, ਇਤਨਾ ਕੀ ਹੋ ਨਦੀ 'ਚ ਹੋਏਗਾ। ਤੋ ਕਬੀਰ ਸਾਹਿਬ ਕਹਿੰਦੇ ਅੱਛਾ ਚੱਲ ਮੈਂ ਤੈਨੂੰ ਚੱਕ ਲੈਣਾ। ਕਬੀਰ ਸਾਹਿਬ ਨੇ ਉਹ ਲੜਕੀ ਨੂੰ ਚੱਕ ਕੇ ਮੋਢਿਆਂ 'ਤੇ ਬਿਠਾ ਲਿਆ, ਦੋਹੀਂ ਪਾਸੇ ਲੱਤਾਂ ਕਰ ਲਈਆਂ। ਤੇ ਉਹ ਜਦੋਂ ਦੇਖਿਆ ਨਾ, ਤੇ ਕਬੀਰ ਸਾਹਿਬ ਦੇ ਮੋਢਿਆਂ 'ਤੇ ਚੜ੍ਹ ਗਈ। ਤੇ ਜਿਵੇਂ ਆਪਾਂ ਹੱਕਦੇ ਆ ਨਾ ਪਸ਼ੂ ਨੂੰ, ਤੇ ਚਿਕਰਾਂ ਮਾਰਦੇ ਆ, ਉਵੇਂ ਮੈਂ ਹੁਣ ਦੱਸ ਹੀ ਦੇਵਾਂ, ਪਤਾ ਲੱਗ ਜਾਂਦਾ ਕਈਆਂ ਨੂੰ। ਸਾਡੇ ਭਾਈ ਸਾਹਿਬ ਇੱਥੇ ਗੁਰਮੁਖ ਪਿਆਰੇ ਸੁਖਪ੍ਰੀਤ ਸਿੰਘ ਹੋਰੀ ਬੈਠੇ ਨੇ, ਇਹ ਪੰਜਾਬ 'ਚ ਉੱਥੇ ਗਏ ਸਨ ਸੰਥਿਆ ਕਰਨ। ਉਹ ਜਦੋਂ ਆਈ ਨਾ ਬਗਲੇ ਦੀ ਗੱਲ ਵੀ ਇਸ ਤਰ੍ਹਾਂ, ਤੇ ਕਹਿੰਦੇ ਬਗਲੇ ਹੁੰਦੇ ਕਿਹੜੇ? ਮੈਂ ਪ੍ਰਤੱਖ ਦਿਖਾਈ, ਪਰ ਛੱਪੜ 'ਤੇ ਜਾ ਕੇ ਬਗਲੇ ਦਿਖਾ ਕੇ ਲੈ ਇਹਨਾਂ ਨੂੰ। ਤੋ ਕਈ ਗੱਲਾਂ ਪ੍ਰਤੱਖ ਦੱਸਣੀਆਂ ਪੈਂਦੀਆਂ ਵੀ। ਟਿਚਕਰਾਂ ਮਾਰਦੇ ਪਸ਼ੂ ਨੂੰ, ਟਿਚਕਰਾਂ ਐਂ ਟਿਚਕਰਾਂ ਮਾਰੀ ਦੀ ਨਾ ਪਸ਼ੂ ਨੂੰ। ਉਹ ਲੜਕੀ ਬੈਠੀ ਛਲ ਰੂਪ ਜਿਉਂ ਸੀਗੀ, ਐਂ ਲੱਤਾਂ ਮਾਰੇ ਨਾਲੇ ਹਿੱਜੇ ਤਾਂ ਪ੍ਰੇਮ ਕੇ ਚਾਬਕ ਮਾਰੇ, ਪ੍ਰੇਮ ਦੇ ਚਾਬਕ ਮਾਰਨ ਲੱਗੀ। ਕਬੀਰ ਸਾਹਿਬ ਸਮਝੇ ਚਲਾ ਕੇ ਮਾਰੀ। ਅੱਛਾ ਤੂੰ ਹੁਣ ਛਲਣ ਲੱਗੀ ਮੈਨੂੰ? ਚਲਾ ਕੇ ਥੱਲੇ ਮਾਰੀ, ਜਾਂ ਮਾਰੀ ਤੇ ਨਾ ਉੱਥੇ ਨਦੀ ਨਾ ਉਹ ਲੜਕੀ, ਤੇ ਕਬੀਰ ਸਾਹਿਬ ਇਕੱਲੇ। ਫਿਰ ਕਬੀਰ ਸਾਹਿਬ ਸਮਝ ਗਏ ਇਹ ਛਲਣ ਆਈ ਸੀ, ਤੋ ਨਹੀਂ ਛਲੇ ਗਏ। ਸਾਧ ਸੰਗਤ ਜੀ ਜਿਹੜਾ ਪਰਮੇਸ਼ਰ ਆ ਜਾਂ ਉਹਦੇ ਪਿਆਰੇ ਨਾ, ਉਹ ਛਲੇ ਨਹੀਂ ਜਾਂਦੇ। ਅਛਲ ਪਰਮੇਸ਼ਰ ਹੈ, ਛਲ ਵਿੱਚ ਨਹੀਂ ਆਉਂਦਾ। ਉਹਦੇ ਪਿਆਰੇ ਵੀ ਛਲ 'ਚ ਨਹੀਂ ਆਉਂਦੇ। ਤੋ ਪਰਮੇਸ਼ਰ ਅਛਲ ਹੈ, ਅਛੇਦ ਹੈ, ਜੋ ਛੇਦਿਆ ਨਾ ਜਾਵੇ। ਛੇਦਿਓ ਜਾਂ ਨਾ ਜਾਏ ਸੋ ਅਛੇਦ ਕੈ ਪਛਾਨੀ ਹੈ। ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗਿਆਨ ਪ੍ਰਬੋਧ ਬਾਣੀ ਵਿੱਚ ਫਰਮਾਨ ਕਰਦੇ ਹਨ। ਛੇਦਿਓ ਜਾਂ ਨਾ ਜਾਏ ਸੋ ਅਛੇਦ ਕੈ ਪਛਾਨੀ ਹੈ, ਛਲਿਓ ਜਾਂ ਨਾ ਜਾਏ ਸੋ ਅਛਲ ਕੈ ਬਖਾਨੀ ਹੈ। ਇਸ ਪ੍ਰਕਾਰ ਦੀ ਬਾਣੀ ਕਵਿਤ ਆਉਂਦੇ ਨੇ ਮਹਾਰਾਜ ਵਿੱਚ। ਅਛਲ ਅਛੇਦ, ਅਛਲ ਉਹ ਛਲਿਆ ਨਹੀਂ ਜਾਂਦਾ, ਅਛੇਦ ਹੈ ਵੀ ਕਦੇ ਛੇਦਿਆ ਨਹੀਂ ਜਾ ਸਕਦਾ। ਛੇਦ ਨੂੰ ਭਾਵ ਜੀ ਛੇਕ ਕਰ ਦਈਏ। ਅਪਾਰ ਜਿਸ ਦਾ ਪਾਰਾਵਾਰ ਕੋਈ ਨਹੀਂ, ਬੇਅੰਤ 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 ਕੋ ਕਰੰਤ ਪਾਠ ਪੇਖੀ ਹੈ। ਉਹ ਬੇਅੰਤ ਹੈ ਜਿਹਦਾ ਅੰਤ ਹੀ ਨਹੀਂ ਪਾਇਆ ਜਾ ਸਕਦਾ। ਅਪਾਰ ਤੋਂ ਭਾਵ ਆ ਉਹ ਬੇਅੰਤ ਹੈ, ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਪ੍ਰਭੂ ਹੈ, ਸਭ ਦੀ ਪ੍ਰਤਪਾਲਨਾ ਕਰਨੇ ਵਾਲਾ। ਉੱਚਾ ਜਾ ਕਾ ਰੂਪ, ਉਹਦਾ ਰੂਪ ਸਾਧ ਸੰਗਤ ਜੀ ਸਭ ਤੋਂ ਉੱਚਾ ਹੈ। ਦੇਖੋ ਨਾ ਹੁਣ ਆਪਣੇ ਕੋਲੇ ਪ੍ਰਤੱਖ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਉੱਚੇ ਨੇ ਨਾ। ਕੱਲ ਗਿਆਨੀ ਜੀ ਕਿੰਨਾ ਪ੍ਰਮਾਣ ਦੇ ਰਹੇ ਸਨ ਗੁਰੂ ਗ੍ਰੰਥ ਸਾਹਿਬ ਜੀ ਦਾ, ਸ਼ਬਦ ਸਰੂਪ ਦਾ, ਸ਼ਸਤਰਾਂ ਦਾ, ਗੁਰੂ ਨਾਨਕ ਸਾਹਿਬ ਮਹਾਰਾਜ ਦਾ, 10 ਪਾਤਸ਼ਾਹੀਆਂ ਦੇ ਪ੍ਰਵਾਨ। ਮੈਂ ਪਹਿਲਾਂ ਵੀ ਬੇਨਤੀ ਕਰਕੇ ਹਟਿਆ, ਸਤਿਕਾਰਯੋਗ ਗਿਆਨੀ ਜੀ ਆਏ ਨੇ, ਜੀ ਆਇਆਂ ਨੂੰ। ਪਹਿਲਾਂ ਕਾਫੀ ਸਮਾਂ ਜੋ ਹਾਜ਼ਰੀ ਭਰ ਕੇ ਗਏ ਨੇ, ਇਹੀ ਦੱਸ ਰਹੇ ਸਨ ਨਾ ਗਿਆਨੀ ਜੀ ਵੀ ਪਰਮੇਸ਼ਰ ਅਕਾਲ ਪੁਰਖ, 10 ਪਾਤਸ਼ਾਹੀਆਂ, ਸ਼ਬਦ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਸ਼ਸਤਰ ਜਿਹੜੇ ਨੇ। ਇਸ ਤੋਂ ਕਿਹਾ ਵੀ ਖਾਲਸਾ ਪੰਥ ਇੱਕੋ ਹੀ ਸਰੂਪ ਨੇ ਸਾਰੇ। ਸੋ ਪਰਮੇਸ਼ਰ ਛਲਿਆ ਨਹੀਂ ਜਾ ਸਕਦਾ, ਉਹਦੇ ਪਿਆਰੇ ਛਲੇ ਨਹੀਂ ਜਾ ਸਕਦੇ। ਛੇਦ ਤੋਂ ਰਹਿਤ ਹੈ, ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਉੱਚਾ ਰੂਪ ਹੈ ਪਰਮੇਸ਼ਰ ਜੀ ਦਾ। ਜਹ ਜਪ ਜਪ ਕਰੈ ਆਨੰਦ ਜਨ, ਅਚਰਜ ਅਨੂਪ,
ਭਗਤ ਜਨ ਨੂੰ ਸਾਧ ਸੰਗਤ ਜੀ ਜਪ ਜਪ ਕੇ ਸਿਮਰਨ ਕਰ ਕਰਕੇ ਆਨੰਦ ਲੈ ਰਹੇ ਨੇ, ਸੁਖ ਲੈ ਰਹੇ ਨੇ, ਸਕੂਨ ਲੈ ਰਹੇ ਨੇ। ਉਹ ਅਚਰਜ ਸਰੂਪ ਹੈ। ਅਚਰਜ ਸਾਧ ਸੰਗਤ ਜੀ ਵਾਹਿਗੁਰੂ ਕਹਿ ਦਈਏ, ਅਚਰਜ ਕਹਿ ਦਈਏ, ਇੱਕੋ ਹੀ ਗੱਲ ਹੈ। ਵਾਹ 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 ਹੁੰਦਾ ਅਚਰਜਤਾ, ਵਿਸਮਾਦਤਾ। ਵਾਹ ਗੁਰੂ, ਗੋ ਹਨੇਰੇ ਨੂੰ ਦੂਰ ਕਰਨ ਵਾਲਾ ਪ੍ਰਕਾਸ਼ ਰੂਪ, ਉਹ ਅਚਰਜ ਰੂਪ ਹੈ। ਤੇ ਅਨੂਪ ਉਪਮਾ ਦੀ ਕੀਤੀ ਨਹੀਂ ਜਾ ਸਕਦੀ। ਉਪਮਾ ਤੋਂ ਰਹਿਤ ਆ। ਉਪਮਾ ਸਾਧ ਸੰਗਤ ਜੀ ਕਿਤਨੀ ਕਰੀਏ, ਸਾਡੀ ਰਚਨਾ ਹੀ ਨਹੀਂ, ਅਸੀਂ ਉਹਦੇ ਬਣਾਏ ਹੋਏ ਨਾ, ਅਸੀਂ ਉਹਦੀ ਕਿਰਤ ਹਾਂ। ਉਹ ਸਾਡਾ ਕਰਤਾ ਪੁਰਖ ਹੈ, ਜੋ ਸਾਡਾ ਕਰਤਾ ਹੈ, ਮਾਲਕ ਹੈ, ਉਹਦੀ ਉਸ ਤੱਕ ਕਿੰਨੀ ਕੀ ਕਰ ਦਈਏ। ਉਹ ਤਾਂ ਬਸ ਬੇਅੰਤ ਬੇਅੰਤ ਕਹਿ ਦਈਏ, ਉਹਨੂੰ ਮੱਥਾ ਹੀ ਟੇਕ ਦਈਏ ਸਾਧ ਸੰਗਤ ਜੀ, ਇਤਨਾ ਹੀ ਬਹੁਤ ਹੈ। ਜੇ ਤੁਸੀਂ ਨਮਸਕਾਰਾਂ ਕਰਦੇ ਨਾ ਆਪਾਂ ਨੂੰ, ਆਪਾਂ ਉਹਦੇ ਨਮਸਕਾਰਾਂ ਕਰੀ ਜਾਈਏ, ਇਤਨਾ ਹੀ ਬਹੁਤ ਹੈ। ਉਹ ਬੇਅੰਤਤਾਈ ਵਿੱਚ ਹੀ ਆ ਗਿਆ ਹੈ। ਅਨੂਪ ਉਪਮਾ ਤੋਂ ਰਹਿਤ ਹੈ। ਸਾਮਤ ਦੇਹੁ ਦਇਆਲ ਪ੍ਰਭ, ਜਿਦ ਤੁਮ ਹੈ ਅਰਾਧਾ। ਹੇ ਅਚਰਜ ਰੂਪ, ਹੇ ਅਸ਼ਲ ਰੂਪ, ਹੇ ਅਛੇਦ ਰੂਪ, ਹੇ ਪਾਰਾਵਾਤ ਰਹਿਤ ਪਰਮੇਸ਼ਰ ਜੀਓ, ਐਸੀ ਮਤ ਬਖਸ਼ ਦਿਓ। ਹੇ ਦਇਆਲੂ ਮਹਾਰਾਜ ਜੀਓ, ਦਇਆ ਦੇ ਘਰ, ਦਇਆਲ ਹੁੰਦਾ ਦਇਆ ਦੇ ਘਰ, ਪਰਮੇਸ਼ਰ ਜੀਓ ਐਸੀ ਮਤ ਦਿਓ, ਜਿਤ ਕਰਕੇ ਤੁਮਰੀ ਆਰਾਧਨਾ ਕਰਦਾ ਹੀ ਰਵਾਂ, ਤੇਰੇ ਨਾਲ ਜੁੜਿਆ ਹੀ ਰਵਾਂ। ਵਾਹਿਗੁਰੂ 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 ਸਿਮਰਨ ਵਿੱਚ ਲੱਗਿਆ ਹੀ ਰਵਾਂ। ਐਸੀ ਮਤ, ਐਸੀ ਸਮਤ ਬਖਸ਼ਣਾ ਕਰੋ ਜੀ। ਨਾਨਕ ਮੰਗੈ ਦਾਨ ਪ੍ਰਭ, ਰੇਨ ਪਗ ਸਾਦਾ। ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਪੰਜਵੇਂ ਸਰੂਪ, ਪੰਜਵੀਂ ਜੋਤ। ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ, ਸ਼ਹੀਦਾਂ ਦੇ ਸਰਤਾਜ, ਸ਼ਾਂਤਮਈ ਦੇ ਸੋਮੇ, ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਨੇ, ਹੇ ਵਾਹਿਗੁਰੂ ਪਰਮੇਸ਼ਰ ਜੀਓ, ਮਿਹਰ ਕਰੋ, ਮੈਂ ਦਾਨ ਮੰਗਦਾ। ਗੁਰੂ ਅਰਜਨ ਦੇਵ ਸਾਹਿਬ ਜੀ ਦਾਨ ਮੰਗਦੇ ਨੇ। ਕੀ ਦਾਨ ਮੰਗਦੇ, ਕੀ ਦਾਨ ਕੀ ਮੰਗਦੇ ਪਰਮੇਸ਼ਰ ਕੋਲੋਂ? ਰੇਨ ਪੱਗ ਸਾਧਾ। ਜਿਹੜੇ ਸਾਧੂ ਨੇ ਨਾ, ਸਾਧ ਸੰਗਤ ਜੀ, ਆਪਣੇ ਆਪ ਨੂੰ ਜਿਨ੍ਹਾਂ ਨੇ ਸਾਧਨਾ ਕਰਕੇ ਸਾਧ ਲਿਆ। ਅੱਜ ਕੱਲ੍ਹ ਨਾ ਸਾਧ, ਜਿਹਨੂੰ ਤਿਰਸਕਾਰ ਕਰਨਾ ਉਹਨੇ, ਕਿਸੇ ਦੀ ਬੇਇੱਜ਼ਤੀ ਕਰਨੀ, ਉਹਨੂੰ ਕਹਿੰਦੇ ਜਾ ਸਾਧਾ। ਇਹ ਲੋਕ ਜਿਹੜੇ ਪਖੰਡੀ ਨੇ ਨਾ, ਉਹਨੇ ਸਾਧ ਲਫ਼ਜ਼ ਨੂੰ ਸਾਧ ਸੰਗਤ ਜੀ ਇੱਕ ਹੀਣਾ ਜਿਹਾ ਸ਼ਬਦ ਬਣਾਤਾ। ਸਾਧ ਪਵਿੱਤਰ ਸ਼ਬਦ ਹੈ। ਸਾਧ ਕਹਿੰਦੇ ਜੀ ਨੇ ਪਰਮੇਸ਼ਰ ਦੀ ਸਾਧਨਾ ਕਰਕੇ ਆਪਣੇ ਆਪ ਨੂੰ ਸਾਧ ਲਿਆ ਹੋਵੇ, ਉਹ ਨਾ ਸਾਧ। ਤੇ ਸਾਧਾਂ ਦੀ ਜਿਹੜੀ ਰੇਣ ਆ ਨਾ, ਧੂੜੀ ਆ, ਉਹ ਸਭ ਤੋਂ ਪਵਿੱਤਰ ਹੁੰਦੀ ਸਾਧ ਸੰਗਤ। ਮੈਂ ਇੱਕ ਥੋੜ੍ਹੇ ਜਿਹੇ ਦਿਨਾਂ ਦੀ ਗੱਲ, ਇੱਕ ਤਾਂ ਨਵੀਂ ਤਾਜ਼ੀ ਗੱਲ ਆ ਤੇ ਇੱਕ ਪੁਰਾਣੀ ਗੱਲ ਸਾਂਝੀ ਕਰ ਲਾਂ, ਸਮਾਪਤੀ ਵੱਲੀ ਵੀ ਜਾਣਾ। ਸਾਡੇ ਲਾਗੇ ਰਣੀਆਂ ਪਿੰਡ ਆ, ਰਣੀਆਂ, ਉੱਥੋਂ ਦੇ ਸੰਤ ਸੀ ਸਰਦਾਰਾ ਸਿੰਘ ਹੋਰੀ, ਬੜੇ ਮਹਾਂਪੁਰਸ਼, ਪਹਿਲਾਂ ਫੌਜ ਸਨ ਭਰਤੀ, ਫਿਰ ਉਹਨੇ ਸਾਧਨਾ ਕਰ ਕਰਕੇ ਆਪਣੇ ਆਪ ਨੂੰ ਸਾਧਿਆ। ਸਾਧ ਸੰਗਤ ਜੀ ਮਹਾਂਪੁਰਸ਼ ਸਨ। ਤੇ ਸਾਡਾ ਮੋਗਾ ਇਲਾਕਾ, ਉੱਥੇ ਸਾਰੇ ਉਹਨਾਂ ਕੋਲ ਦਰਸ਼ਨਦਾਰੇ, ਸਾਧੂਆਂ ਕੋਲ ਸਾਰੇ ਜਾਂਦੇ ਨੇ ਨਾ। ਇੱਕ ਕੋਈ ਹਿੰਦੂ ਪਰਿਵਾਰ ਵਿੱਚੋਂ ਕੋਈ ਲਾਲਾ ਮੋਨਾ ਉੱਥੇ ਗਿਆ। ਮੋਗੇ ਤੋਂ 17 ਕਿਲੋਮੀਟਰ ਆ ਰਣੀਆਂ ਪਿੰਡ, ਤੇ ਅਸੀਂ, ਸਾਡਾ ਜਿਹੜਾ ਮਹਿਰੋਂ ਪਿੰਡ ਆ, ਇਹ 7 ਕਿਲੋਮੀਟਰ 10 ਕਿਲੋਮੀਟਰ ਅੱਗੇ ਆ। ਉਹ ਵਿਚਾਰਾ ਵਾਪਸੀ ਤੇ ਲਾਲਾ ਮੁੜਿਆ, ਉਹਦੇ ਆਪਣੇ ਨਿਸ਼ਾਨ ਸਾਹਿਬ ਦੇਖ ਕੇ ਆ ਗਿਆ। ਤੇ ਮਹਾਂਪੁਰਸ਼ ਬਾਬਾ ਤੇਜਾ ਸਿੰਘ ਜੀ ਉਹਨਾਂ ਦੇ ਕੋਲੇ ਆਇਆ, ਕਹਿੰਦਾ ਦਰਸ਼ਨਦਾਰੇ ਕਰਨ। ਕਹਿੰਦੇ ਆਓ ਬਾਬੂ ਜੀ, ਕਿੱਥੋਂ? ਕਹਿੰਦਾ ਜੀ ਰਣੀਆਂ ਗਿਆ ਸੀ। ਫਿਰ ਕਹਿੰਦੇ ਵਾਪਸ ਆ ਗਏ, ਦਰਸ਼ਨ ਕਰਿਆ? ਕਹਿੰਦੇ ਨਹੀਂ, ਦਰਸ਼ਨ ਸੰਤ ਤਾਂ ਮਿਲੇ ਹੀ ਨਹੀਂ। ਅੱਛਾ ਚਲੋ, ਕਹਿੰਦੇ ਫਿਰ? ਕਹਿੰਦਾ ਮਹਾਰਾਜ ਜੀ ਇਹ ਗੱਲ ਸੀ, ਮੈਂ ਤਾਂ ਨਾ ਇਉਂ ਕਰਿਆ ਬਈ ਸੰਤ ਜਿੱਥੇ ਤੁਰਦੇ ਫਿਰਦੇ ਸਨ ਨਾ, ਉੱਥੇ ਕਦੇ ਸੈਰ ਕਰਨ ਨਿਕਲਦੇ ਨੇ, ਮੈਂ ਧੂੜੀ ਲਾਇਆ, ਉਹ ਬੰਨੀ ਫਿਰੇ ਲੜਨਾ। ਗਿਆਨੀ ਜੀ ਲੜਨਾ ਬੰਨੀ ਫਿਰੇ ਧੂੜੀ। ਕਹਿੰਦਾ ਮੈਂ ਆਪਣੇ ਮਸਤਕ ਨਾਲ ਲਾਊਂ, ਘਰੇ ਜਾ ਕੇ ਸਾਰਾ ਸਿੱਟਾ ਦਊਂ। ਵੇਖੋ ਭਾਵਨਾ ਹੁੰਦੀ। ਰੇਨ ਪੱਗ ਸਾਧਾ, ਸਾਧਾਂ ਦੀ ਜਿਹੜੀ ਧੂੜੀ ਹੁੰਦੀ ਨਾ ਸਾਧ ਸੰਗਤ ਜੀ, ਨਿੱਤ ਆਪਾਂ ਪੜ੍ਹਦੇ ਹਾਂ,
ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗਾ ਮੋਹ ਕੋ ਕਰ ਸੰਤਨ ਕੀ ਤੂਰੇ। ਸੰਤ ਕਹਿ ਦਈਏ, ਸਾਧ ਕਹਿ ਦਈਏ, ਗੁਰਮੁਖ ਕਹਿ ਦਈਏ, ਗੁਰਸਿੱਖ ਕਹਿ ਦਈਏ। ਜੇ ਗੁਰਸਿੱਖ ਸੰਤ ਹੋ ਤੁਸੀਂ ਸਾਰੇ, ਸੰਤ ਭਲੇ ਗੁਰਸਿੱਖ ਹੈ ਜਿਹਨੇ ਨਾ ਹੀ ਚਿੰਤ ਪਰਾਈ ਚੁੱਕ। ਜੇ ਸਿੱਖ ਨੇ ਸਾਰੇ ਸੰਤ ਨੇ, ਸਾਰੇ ਸੰਤ ਸਰੂਪ ਨੇ। ਪਰ ਸਤ ਸੰਗ ਜੀ ਐਸੀ ਗੱਲ ਆ ਵੀ ਸੰਗਤ ਕਰਦੇ ਰਹੀਏ। ਕਦੀ ਐਸਾ ਹੁੰਦਾ ਵੀ ਅਸੀਂ ਸਿੱਖ ਸਾਰੇ ਨਾਂ ਘਾਉਣੇ ਆ ਤੇ ਤਰਕਾਂ ਬਤਰਕਾਂ ਦੇ ਵਿੱਚ ਲੱਗੇ ਹੋਏ ਆ। ਸਿੱਖ ਦਾ ਤਾਂ ਨਾਂ ਹੀ ਨਹੀਂ ਤਰਕ ਕਰਨੀ, ਸਿੱਖ ਦਾ ਮਤਲਬ ਨਹੀਂ ਕਿਸੇ ਨਿੰਦਾ ਕਰ ਜਾਣੀ। ਇਹਨਾਂ ਚੀਜ਼ਾਂ ਤੋਂ ਬਤਾਈਏ ਤੇ ਆਪਣੇ ਆਪ ਨੂੰ ਸ਼ਰਧਾ ਦੀ ਸਾਧ ਸੰਗ ਜੀ ਐਨ ਲਪੇਟ ਵਿੱਚ ਲਿਆਈਏ ਤੇ ਫਿਰ ਸਿੱਖੀ ਕਮਾਈਏ, ਨਿੰਦਿਆ ਤੋਂ ਦੂਰ ਰਹੀਏ। ਨਿੰਦਿਆ ਵਾਲੇ ਰਹਿਤਨਾਮਾ ਵਿੱਚ ਲਿਖਿਆ ਵਾ, ਸਿੱਖ ਸਿੱਖ ਦੀ ਨਿੰਦਾ ਨਾ ਕਰੈ, ਨਿੰਦਾ ਕਰੇ ਤਾਂ ਬਖਸ਼ਾਏ ਲੇਵੈ, ਰਾਤ ਲੰਘਣੇ ਨਾ ਦੇਵੈ। ਰਾਤ ਨਹੀਂ ਲੰਘਣ ਦੇਣੀ ਚਾਹੀਦੀ। ਤੋ ਅਸੀਂ ਤਾਂ ਇੱਧਰ ਸਮਾਂ ਸਗਾਂ ਦਾ ਕਿਸੇ ਉਹ ਨਿੰਦਿਆ ਕਰ ਕਰਕੇ ਨਾ ਦੂਸਰੇ ਕਈ ਵਿਰੋਧੀ ਵੀ ਹੋਏ ਆ, ਉਹ ਨਿੰਦਿਆ ਕਰ ਕਰ ਆਪੇ ਉਹਨਾਂ ਦਾ ਸਗੋਂ ਪਾਪ ਲਾ ਦਿੰਦੇ, ਉਹ ਸਿਰ ਸੁਰਖਰੂ ਹੋ ਜਾਂਦੇ ਨੇ, ਉਹਨਾਂ 'ਚ ਬਲ ਹੋਰ ਭਰਿਆ ਜਾਂਦਾ। ਉਹਨਾਂ ਸਿਮਰਨ ਕਰ ਲਗੇ। ਸਾਧ ਪਾਦ ਤੇ ਮੈਂ ਬੇਨਤੀ ਕਰ ਰਿਹਾ ਸਾਂ ਬਈ ਸਾਧ ਪਾਦ ਜਿਹੜਾ ਹੈ ਕਿ ਬਹੁਤ ਪਵਿੱਤਰ ਹੈ। ਜਿਹਨੇ ਸਾਧਨਾ ਵਿੱਚ ਜਾਂ ਸਾਧਨਾ ਵਿੱਚ ਲੱਗੇ ਉਹਨੂੰ ਵੀ ਸਾਧ ਕਹਿੰਦੇ, ਜਾਂ ਸਾਧਨਾ ਕਰ ਕਰਕੇ ਸਾਧਨਾ ਕਰ ਕਰਕੇ ਆਪਣੇ ਆਪ ਨੂੰ ਸਾਧ ਲਿਆ ਹੋਵੇ ਉਹਨੂੰ ਸਾਧ ਕਹਿੰਦੇ ਨੇ। ਸ਼ੁੱਧ ਸਰੂਪ, ਸ਼ੁੱਧ ਆਤਮਾ। ਤੋ ਐਸੇ ਐਸੇ ਸਾਧ ਜਿਹੜੇ ਨੇ ਸ਼ੁੱਧ ਸਰੂਪ ਨੇ, ਸ਼ੁੱਧ ਆਤਮਾ ਨੇ, ਆਪਣੇ ਆਪ ਨੂੰ ਜਿਹਨਾਂ ਨੇ ਸਾਧਿਆ ਹੋਇਆ ਜਾਂ ਸਾਧਨਾ ਵਿੱਚ ਲੱਗੇ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਫਰਮਾਨ ਕਰਦੇ ਹਨ, ਮਹਾਰਾਜ ਮੈਂ ਉਹਨਾਂ ਦੀ ਰੇਣ ਮੰਗਦਾ, ਮੈਂ ਦਾਨ ਮੰਗਦਾ ਹੈ, ਉਹਨਾਂ ਦੀ ਧੂੜੀ ਮੈਨੂੰ ਦੇ ਦਿਓ, ਉਹਨਾਂ ਦੀ ਪ੍ਰਾਗ ਚਰਨਾਂ ਦੀ ਦੇ ਦਿਓ, ਤਾਂ ਮੇਰਾ ਜੀਵਨ ਸਫਲਾ ਹੋ ਸਕੇ। ਸਾਧ ਸੰਗਤ ਜੀ ਗੁਰੂ ਅਰਜਨ ਦੇਵ ਸਾਹਿਬ ਸਾਨੂੰ ਸਿਖਾਉਂਦੇ ਨੇ। ਆਪ ਦਾ ਸੰਤਾਂ ਸਾਧਾਂ ਦੇ ਉਹ ਮਹਾਨ ਸ਼੍ਰੋਮਣੀ ਨੇ। ਉਹ ਤਾਂ ਸੰਤਾਂ ਦੇ ਸਾਧ ਸੰਗਤ ਸਰੂਪ ਹੀ ਉਹਨਾਂ ਦਾ ਸੰਤ ਨੇ ਸਾਰੇ। ਸੰਤ ਅਨੰਤ ਹੈ ਅੰਤਰ ਨਾ ਹੈ, ਨਾਨਕ ਸੰਤ ਸੰਤ ਹਰ ਏਕੋ। ਸੰਤ ਤੇ ਰੱਬ ਤਾਂ ਇੱਕ ਆ, ਪਰ ਸਾਨੂੰ ਦੱਸਦੇ ਇਹ ਗੁਰਮੁਖਾ, ਇਹ ਮੇਰਾ ਸਿੱਖਾ, ਤੂੰ ਐਸੀ ਐਸੀ ਇਹ ਸਿੱਖਿਆ ਗੁਰੂ ਕਰਾਉਂਦਾ ਹੈ ਕਿ ਜਿਹੜੇ ਗੁਰਮੁਖ ਨੇ ਉਹਨਾਂ ਦੀ ਰੇਣ ਬਣ ਜਾ, ਉਹਨਾਂ ਦੀ ਧੂੜ ਬਣ ਜਾ। ਤਾਂ ਕਰਕੇ ਗੁਰੂ ਨਾਨਕ ਸਾਹਿਬ ਦਾ ਤੇਰਾ 550 ਸਾਲਾ ਮਨਾਇਆ ਸਫਲਾ ਹੋਵੇਗਾ। ਤੋ ਆਓ ਸਾਰੇ ਆਪਾਂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ 550 ਸਾਲਾ ਮਨਾਉਣ ਚੱਲੇ ਜਾ ਰਹੇ ਹਾਂ। ਇਹ ਆਪਾਂ ਇੱਕ ਇਹ ਕਰੀਏ ਵੀ ਸੰਤਾਂ ਸਾਧਾਂ ਦੀ ਧੂੜੀ ਵਾਲਾ ਜਿਹੜਾ ਹੁਕਮਨਾਮਾ ਆਇਆ, ਇਹ ਮਨ 'ਚ ਵਿਸਾਰ ਨਹੀਂ ਕਰਨੀ ਆ। ਜਿਹੜੇ ਗੁਰਮੁਖ ਪਿਆਰੇ ਨਾ ਨਿਮਰਤਾ ਨਾਲ ਸਾਧ ਸੰਗਤ ਜੀ ਉਹਨਾਂ ਤੋਂ ਸਿੱਖਿਆ ਗ੍ਰਹਿਣ ਕਰਨੀ ਵੀ ਧੂੜਾ ਹੀ ਹੁੰਦੀ, ਉਹਨਾਂ ਦੀ ਸੰਗਤ ਕਰਨੀ ਵੀ ਧੂੜੀ ਆ। ਇਹ ਤੇ ਪ੍ਰਤੱਖ ਧੂੜੀ ਹੁੰਦੀ, ਜਿਵੇਂ ਪਹਿਲਾਂ ਬੇਨਤੀ ਕੀਤੀ ਆ। ਉਹ ਪਿਛਲੇ ਦਿਨਾਂ ਮੈਂ ਇੱਕ ਗਿਆਨੀ ਜੀ ਹੋਰ ਗੱਲ ਸਾਂਝੀ ਕਰ ਲਾਂ। ਮੈਂ ਆਉਣ ਤੋਂ ਪਹਿਲਾਂ ਜੰਗਬੀਰ ਸਿੰਘ ਹੋਰਾਂ ਨੇ ਜੋ ਕਥਾ ਕੀਤੀ ਆ, ਉੱਥੇ ਸਾਰੇ ਇਕੱਤਰ ਹੋਏ ਸਾਂ, ਹਜ਼ੂਰ ਸਾਹਿਬ ਭੋਗ ਪਾਇਆ। ਉਹ ਜਦੋਂ ਕਥਾ ਆਰੰਭ ਹੋਈ, ਗਿਆਨੀ ਅਮਰਜੀਤ ਸਿੰਘ ਉਹਨਾਂ ਨੇ ਕਥਾ ਆਰੰਭ ਕੀਤੀ ਸੀ, ਉਦੋਂ ਵੀ ਦਾਸ ਉੱਤੇ ਸੀ। ਉਹ ਭਾਵਨਾ ਬਣ ਗਈ ਵੀ ਹੁਣ ਕਥਾ ਦੇ ਭੋਗ ਪੈਣੇ ਆ ਤੇ ਹਾਜ਼ਰੀ ਭਰੀਏ। ਬਾਕੀ ਸਿੰਘ ਸਾਹਿਬ ਹੋਰਾਂ ਨੇ ਹੁਕਮ ਕੀਤਾ ਸੀ, ਬਾਬਾ ਜੀ ਨੇ ਵੀ ਆਇਓ। ਤੋ ਸਾਧ ਸੰਗਤ ਜੀ ਆਉਣ ਲੱਗਿਆ ਉਹਨਾਂ ਨੇ ਮੈਨੂੰ ਨਾ 5 ਸਿੱਟ ਦਿੱਤੇ, ਦਸਮ ਦੀਆਂ ਪੋਥੀਆਂ ਛਾਪੀਆਂ ਨੇ। ਕਹਿੰਦੇ ਵੀ ਆਹ ਇੱਕ ਸਿੱਟ ਤੁਸੀਂ, ਇਸ ਤੁਹਾਨੂੰ 5 ਦਿੱਤੇ। ਮੈਂ ਕਿਹਾ ਜੀ 5 ਤਾਂ ਮੈਨੂੰ ਮਾਫੀ ਦਿਓ, ਮੈਨੂੰ ਲਿਜਾਣੇ ਜਰਾ ਕੁ ਹੈਗੇ ਕਠਨ, ਤੁਸੀਂ 2 ਸਿੱਟ ਦੇ ਦਿਓ। ਉਹ ਕਹਿੰਦੇ ਵੀ ਇੱਕ ਭਿੰਡਰਾਂ ਪਹੁੰਚਾ ਦਿਓ। ਮੈਂ 7 ਵਚਨ। ਉਹ ਭਿੰਡਰਾਂ ਪੋਥੀਆਂ ਲੈ ਗਏ। ਆਉਣ ਤੋਂ ਪਹਿਲਾਂ ਮੈਂ ਮਹੀਨਾ ਕੁ ਆਏ ਨੂੰ, ਇਦੋਂ 5-7 ਦਿਨ ਪਹਿਲਾਂ ਗਿਆ ਸਾਂ। ਉਹ ਮਹਾਂਪੁਰਸ਼ ਮੈਂ ਗਿਆ ਲੇਟ ਜਿਹਾ, ਫਿਰ ਨੇੜੇ ਹੀ ਆ 15 ਕਿਲੋਮੀਟਰ ਆ, ਅਤੇ ਲੇਟ ਗਏ ਉੱਥੇ। ਮਹਾਂਪੁਰਸ਼ ਉਦੋਂ ਨੂੰ ਅੱਜ ਮੈਨੂੰ ਕਹਿੰਦੇ ਸਿੰਘ ਕਹਿੰਦੇ ਵੀ ਉਹਦਾ ਕੀਰਤਨ ਸੋਲਾ ਪੜ੍ਹ ਕੇ ਤੁਹਾਨੂੰ ਡੀਕਦੇ ਸਨ ਫੋਨ 'ਤੇ, ਪਹਿਲਾਂ ਵਿਚਾਰ ਹੋ ਗਈ ਸੀ। ਮੈਂ ਕਿਹਾ ਮੈਂ ਲੇਟ ਹੋ ਗਿਆ, ਚਲੋ ਕੋਈ ਸਿੰਘ ਆ ਗਏ। ਤੋ ਸਾਧ ਸੰਗਤ ਜੀ ਉਹ ਕਹਿੰਦੇ ਵੀ ਇਹ ਤਾਂ ਸੰਤ ਤਾਂ ਬਰਾਜ ਕੇ ਕੀਰਤਨ ਸੋਲਾ ਪੜ੍ਹ ਲਿਆ। ਮੈਂ 7 ਵਚਨ ਅਤੇ ਉੱਥੇ ਬਚਨ ਬੁਲਾਹ ਕਰਦੇ। ਮੈਂ ਕਿਹਾ ਵੀ ਚੱਲ ਮੈਂ ਇੱਥੇ ਸੰਤਾਂ ਦੀ ਫਿਰਦੇ ਤੁਰਦੇ ਨੇ, ਮੈਂ ਨਮਸਕਾਰ ਕਰ ਜਾਂਦਾ ਜਿੱਥੇ ਫਿਰਦੇ ਨੇ, ਮੈਂ ਆਪਣੇ ਮਸਤਕ ਨੂੰ ਹੱਥ ਲਾਏ। ਅਤੇ ਉਦੋਂ ਨੂੰ ਸੰਤਾਂ ਨੂੰ ਬਾਅਦ ਆਵਾਜ਼ ਸੁਣ ਗਈ। ਇਹ ਭਾਵਨਾ ਸਾਨੂੰ ਸਿਖਾਈ ਹੋਈ ਨਾ ਵੀ ਸੰਤਾਂ ਹੀ ਧੂੜੀ। ਮੈਂ ਕਿਹਾ ਵੀ ਇੱਥੇ ਸੰਤ ਫਿਰਦੇ ਨਾ ਮੋਹਨ ਸੋਰੀ ਮਹਾਂਪੁਰਸ਼, ਆਪਾਂ ਇੱਥੋਂ ਧੂੜੀ ਲੈ ਕੇ ਮੱਥੇ ਨੂੰ ਲਾ ਲੈਂਦੇ। ਚਲੋ ਇਹ ਭਾਵਨਾ ਸੀ ਬਣੀ ਹੋਈ। ਇਹ ਥੋੜ੍ਹੇ ਦਿਨਾਂ ਦੀ ਗੱਲ ਹੈ।
ਉਦੋਂ ਨੂੰ ਸੰਤਾਂ ਨੇ ਆਵਾਜ਼ ਸੁਣੀ, ਕਹਿੰਦੇ ਕੌਣ ਬੋਲਦਾ ਦਰਸ਼ਨ ਸਿਆਂ? ਕਹਿੰਦੇ ਜੀ ਮਹਿਰੋਂ ਵਾਲੇ ਆਏ। ਕਹਿੰਦੇ ਬੁਲਾ ਲਓ। ਮੈਂ ਕਿਹਾ ਚੱਲ ਮਹਾਰਾਜ ਦੀ ਕਿਰਪਾ ਹੀ ਹੋ ਗਈ। ਤੂੰ ਐਸਾ ਹੁੰਦਾ, ਉਹਨੇ ਬੁਲਾ ਲਿਆ। ਫਿਰ ਮਹਾਂਪੁਰਸ਼ਾਂ ਨੇ, ਫਿਰ ਮੈਂ ਜੋ ਮੈਨੂੰ ਬਾਬੇ ਕੁਲਵੰਤ ਸਿੰਘ ਹੋਰਾਂ ਸਿੰਘ ਸਾਹਿਬ ਜੀ ਹੋਰਾਂ ਨੇ ਸੈਂਚੀਆਂ ਦਿੱਤੀਆਂ ਸੀ, ਉਹਨਾਂ ਮੈਂ ਉੱਥੇ ਉਹਨਾਂ ਨੂੰ ਅਰਪਣ ਕਰਿਆ ਦੀਆਂ। ਫਿਰ ਉਹਨਾਂ 101 ਸਾਲ ਦੀ ਉਮਰ ਆ, ਉਹ ਸਾਰੇ ਦਰਸ਼ਨਦਾਰੇ ਕਰੇ, ਕੋਈ ਐਨਕ ਨਹੀਂ ਲਾਈ ਮੇਰੇ ਵਾਂਗੂ, ਸਾਰੇ ਦਰਸ਼ਨਦਾਰੇ ਕਰੀ ਜਾਂਦੇ। ਗੁਰਾਂ ਦੀ ਬਹੁਤ ਰਹਿਮਤ ਹੈ, ਕਮਾਈ ਵਾਲੇ ਮਹਾਂਪੁਰਸ਼ ਨੇ। ਸੋ ਇਹ ਜੇ ਸੰਤਾਂ ਨੇ ਸਾਧ ਸੰਗਤ ਜੀ, ਧੂੜ ਆ ਨਾ ਜਿਹੜੀ ਉਦੋਂ ਪ੍ਰਗਟ ਹੀ ਦਾਂਦੀ, ਸਾਨੂੰ ਜਵਾਬ ਮਿਲ ਗਿਆ ਸੀਗਾ। ਮੈਂ ਪ੍ਰਤੱਖ ਦੇਖਿਆ। ਆਹ ਹਲੇ ਮਹੀਨਾ ਨਹੀਂ ਹੋਇਆ, ਆਹ ਮਹੀਨਾ ਹੋ ਗਿਆ ਨਾ, ਕੁਛ ਦਿਨ ਵੱਧ, ਮਹੀਨਾ ਤਾਂ ਮੈਨੂੰ ਆਇਆ ਨੂੰ ਹੋ ਗਿਆ, ਕੁਛ ਕੁ ਦਿਨ ਉੱਤੇ ਸੀਗੇ। ਤੋ ਸਵਾ ਮਹੀਨਾ ਨਹੀਂ ਹੋਇਆ, ਇਹ ਗੱਲ ਪ੍ਰਤੱਖਿਆ ਵੀ ਮੈਂ, ਮੇਰੀ ਭਾਵਨਾ ਜੀ ਬਣੀ। ਮੈਂ ਕਿਹਾ ਮੈਂ ਸੰਤਾਂ ਦੀ ਧੂੜ ਲੈ ਲੈਣੇ ਆਪਾਂ। ਵੈਸੇ ਉਹਨਾਂ ਦੇ ਸਾਹਮਣੇ ਹੋਈਏ ਨਾ, ਨਹੀਂ ਲਾਉਣ। ਇੱਕ ਵਾਰੀ ਮੈਂ ਗਿਆ, ਮੈਂ ਡੰਡੌਤ ਬੰਦਨ ਕੀਤੀ, ਸੰਤ ਮੈਨੂੰ ਗੁੱਸੇ ਹੋਏ, ਕਹਿੰਦੇ ਐਸਾ ਨਾ ਕਰਿਆ ਕਰ, ਬਾਣਾ ਪਾਇਆ। ਮੈਂ 7 ਵਜੇ ਦੀ ਭਾਵਨਾ ਜੀ ਬਣੀ। ਉਹ ਤਾਂ ਮੈਂ ਵੀ ਆਪਾਂ ਹਉਮੈ ਵਾਲੇ ਹੈਗੇ ਆ, ਕਿਸੇ ਨੂੰ ਨਿਆਉਂਦੇ ਨਹੀਂ, ਤੁਹਾਨੂੰ ਨਿਆਉ ਜਾਈਦਾ। ਅਤੇ ਐਸਾ ਹੁੰਦਾ ਵੀ ਸਾਨੂੰ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਫਰਮਾਨ ਹੈ ਨਾ ਸੱਚੇ ਪਾਤਸ਼ਾਹ ਮਹਾਰਾਜ ਦਾ ਜੋ ਹੈ, ਇਹ ਵੀ ਮੈਨੂੰ ਸੰਤਾਂ ਦੀ ਧੂੜ ਕਰ ਦੇ, ਸੰਤਾਂ ਦੀ ਰੇਣ ਦੇ ਦੇ। ਤੋ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ, ਸਾਨੂੰ ਸਾਰੇ ਜੋ ਮਹਾਨ ਗੁਰਮੁਖ ਰੂਹਾਂ ਨਾ, ਨਿਮਰਤਾ ਨਾਲ ਉਹਨਾਂ ਦੇ ਭਾਵਨਾ ਬਣੀ ਰਹੇ, ਤਾਂ ਕਰਕੇ ਸਾਡਾ ਜੀਵਨ ਸਫਲਾ ਹੋ ਸਕੇ। ਸਾਡਾ ਜੋ ਪਾਵਨ ਪਵਿੱਤਰ ਅਵਤਾਰ ਦਿਹਾੜਾ ਮਹਾਰਾਜ ਦਾ ਆਉਣ ਵਾਲਾ, ਇਹ ਸਫਲਾ ਹੋ ਸਕੇ। ਆਓ ਪਿਛਲੀਆਂ ਪੰਕਤੀਆਂ ਪੜ੍ਹ ਕੇ ਸਾਰੇ ਰਲ ਮਿਲ ਕੇ ਪੜ੍ਹੀਏ ਅਤੇ ਸਮਾਪਤੀ ਕਰਾਂਗੇ। ਹੋਈਆਂ ਬਹੁਤ ਹੀ ਭੁੱਲਾਂ ਦੀ ਸਾਧ ਸੰਗਤ ਜੀ, ਕਿਵੇਂ ਬਖਸ਼ਣੀ। ਮਹਾਨ ਗਿਆਨੀ ਬੈਠੇ ਨੇ, ਮੈਂ ਤਾਂ ਛਪਾਈ ਵੱਲ ਮੇਰਾ ਧਿਆਨ ਹੈ। 10 ਮਹਾਰਾਜ ਦੀ ਛਪਾਈ ਜੋ ਨਾ, ਉਹ ਤੁਹਾਨੂੰ ਕੱਲ੍ਹ ਗਿਆਨੀ ਜੀ ਹੋਰਾਂ ਨੇ ਦੱਸਿਆ ਸੀ, ਸ਼ੇਰ ਸਿੰਘ ਹੋਰਾਂ ਨੇ, ਉਹਦੇ ਡਿਊਟੀ ਲੱਗੀ ਆ। ਅਤੇ ਸਿੰਘ ਵਿਦਿਆਰਥੀ ਮੇਰੇ ਸੁਖਪ੍ਰੀਤ ਹੋਰੀ ਬੈਠੇ ਨੇ, ਹੋਰ ਵਿਦਿਆਰਥੀਆਂ ਨੇ ਇੱਧਰ ਤੁਹਾਡੇ ਦਰਸ਼ਨ ਦੀਦਾਰੇ ਕਰਨ ਦਾ ਇਹ ਸਮਾਂ ਬਣਾ ਦਿੱਤਾ। ਉਹ ਕਥਾ ਦਾ ਮੇਰਾ ਸਗਾ ਇੰਨਾ ਅਭਿਆਸ ਨਹੀਂ ਹੈ। ਵਿਦਿਆਰਥੀਆਂ ਨੂੰ ਸੰਥਿਆ ਕਰਾਤੀ ਜਾਂ ਛਪਾਈ ਵਾਲੀ ਜੋ ਪ੍ਰੂਫ ਪੜ੍ਹਦੇ, ਇਸ ਤਰ੍ਹਾਂ ਦਾ ਕੋਈ ਚੱਲਦਾ ਸਮਾਗਮ। ਇਹ ਤਾਂ ਤੁਸੀਂ ਮੈਨੂੰ ਵਡਿਆਈ ਬਖਸ਼ਤੀ ਗਿਆਨੀ ਜੀ ਹੋਰਾਂ ਨੇ, ਸਾਰੀ ਸੰਗਤ ਨੇ ਵੀ, ਅੱਜ ਕਥਾ ਹੀ ਸੁਣਾ ਦਿਓ। ਤੋ ਕਥਾ ਦਾ ਇੰਨਾ ਅਭਿਆਸ ਨਹੀਂ ਗਾ, ਇਸ ਕਰਕੇ ਮੈਨੂੰ ਸਾਧ ਸੰਗਤ ਖਿਮਾ ਦੇਣੀ। ਤੁਸੀਂ ਬੜੇ ਗੁਣੀ ਗਿਆਨੀ ਬੈਠੇ ਹੋ ਅਤੇ ਮੈਂ ਇਤਨਾ ਵਿਦਵਾਨ ਤਾਂ ਨਹੀਂ ਹਾਂ। ਤੁਸੀਂ ਰਹਿਮਤ ਕਰਕੇ ਆਪ ਹੀ ਅਸੀਸ ਕਰਕੇ ਬਖਸ਼ ਕੇ ਆਪੇ ਬੁਲਾ ਲੈਂਦੇ ਹੋ। ਤੋ ਹੋਈਆਂ ਨੇ ਕਈ ਭੁੱਲਾਂ ਦੀ ਖਿਮਾ ਗੁਰੂ ਪਾਤਸ਼ਾਹ, ਗੁਰੂ ਕੀ ਸੰਗਤ ਬਖਸ਼ਣੇ ਯੋਗ। ਤੋ ਆਓ ਪਿਛਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਸਾਮਤ ਦੇਹੁ ਦਇਆਲ ਪ੍ਰਭ, ਜਿਤ ਤੁਮ ਹੈ ਅਰਾਧਾ। ਨਾਨਕ ਮੰਗੈ ਦਾਨ ਪ੍ਰਭ, ਰੇਨ ਪਗ ਸਾਧਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।